ਕਦੀ ਕਿਸੇ ਗੁਰੂਆਂ ਦੀ ਬਾਣੀ ਅਲੱਗ, ਭੱਟਾਂ ਦੀ ਬਾਣੀ ਅਲੱਗ, ਭਗਤਾਂ ਦੀ ਬਾਣੀ ਅਲੱਗ। ਅਸੀਂ ਸਾਰੀਆਂ ਬਾਣੀਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਦੇਖਦੇ ਹਾਂ, ਜੋ ਕਿ ਨਹੀਂ ਹੋਣਾ ਚਾਹੀਦਾ, ਨਹੀਂ ਹੋ ਸਕਦਾ। ਕ੍ਰਿਟੀਕਲ ਐਨਾਲਿਸਿਸ ਇੰਪੋਰਟੈਂਟ ਆ, ਪਰ ਉਹਦੇ ਵਿੱਚ ਅਸੀਂ ਇੰਨਾ ਕੁ ਧਿਆਨ ਰੱਖੀਏ ਕਿ ਅਸੀਂ ਸਿਰਫ ਨਿੰਦਾ ਜਾਂ ਗਾਲਾਂ ਤੱਕ ਨਾ ਸੀਮਿਤ ਰਹਿ ਜਾਈਏ, ਹੈ ਨਾ। ਉਹਦੇ ਨਾਲ ਸਾਡਾ ਜਿਹੜਾ ਬੌਧਿਕ ਵਿਕਾਸ ਆ ਉਹ ਰੁਕ ਜੂਗਾ। ਹੋਣਾ ਇਹ ਚਾਹੀਦਾ ਸੀ ਕਿ ਜੇ ਸਾਨੂੰ ਕੋਈ ਚੀਜ਼ ਨਹੀਂ ਠੀਕ ਲੱਗ ਰਹੀ, ਅਸੀਂ ਉਹਨੂੰ ਦੇਖੀਏ, ਘੋਖੀਏ, ਪੜਤਾਲੀਏ, ਪੜਚੋਲੀਏ ਔਰ ਉਸ ਤੋਂ ਬਾਅਦ ਉਹਦੇ ਤੋਂ ਇੱਕ ਨਵੀਂ ਚੀਜ਼ ਲਿਆ ਕੇ ਅੱਗੇ ਪੇਸ਼ ਕਰ ਦਈਏ। ਔਰ ਗੁਰੂ ਨਾਨਕ ਪਾਤਸ਼ਾਹ ਇੱਥੋਂ ਤੱਕ ਉਸ ਦੇ ਨਾਮ ਦਾ ਕੋਈ ਜ਼ਿਕਰ ਨਹੀਂ ਕਰ ਰਿਹਾ, ਤਾਂ ਹੀ ਉਹ ਸਿਰਫ ਜਿਹੜੀ ਉਹਦੀ ਵਿਸ਼ਾਲਤਾ ਹੈ ਉਹਨੂੰ ਦੇਖ ਕੇ ਵਾਹ ਵਾਹ ਕਹਿੰਦੇ ਨੇ। ਔਰ ਫਿਰ ਉਹ ਕਹਿੰਦੇ ਨੇ ਕਿ ਉਸੇ ਦਾ ਉਹ ਨਾਮ, ਉਹ ਵਾਹ ਵਾਹ ਜਿਹੜੀ ਹੈ ਤੁਹਾਡੀ ਰਸਨਾ ਜਪਦੀ ਰਹੇ। ਇਹਦੇ ਵਿੱਚੋਂ ਇੱਕ ਵੀ ਕੜੀ ਇੱਧਰ ਉੱਧਰ ਕਰੋਗੇ ਤੇ ਸਾਨੂੰ ਲੱਗੂਗਾ ਕਿ ਨਹੀਂ ਇਹ ਸਿਰਫ ਭੱਟਾਂ ਨੇ ਯੂਜ਼ ਕੀਤਾ ਆ, ਇਹ ਗੁਰੂ ਸਾਹਿਬਾਨਾਂ ਨੇ ਨਹੀਂ ਕਿਹਾ। ਜਦਕਿ ਪੂਰੀ ਜਗ੍ਹਾ ਦੇ ਉੱਤੇ ਗੁਰਬਾਣੀ ਦੇ ਵਿੱਚ ਬਾਰ-ਬਾਰ ਗੁਰੂ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਆ ਰਹੇ ਨੇ ਕਿ ਵਾਹ ਦੀ ਇੰਪੋਰਟੈਂਸ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਔਰ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਆਪਣਾ ਸਮਾਂ ਕੱਢ ਕੇ ਨਾ ਸਿਰਫ ਇਹ ਪ੍ਰੋਗਰਾਮ ਸੁਣਦੇ ਨੇ, ਸਗੋਂ ਸਾਨੂੰ ਆਪਣੇ ਫੀਡਬੈਕਸ, ਆਪਣੇ ਕੁਐਸਚਨਸ ਭੇਜਦੇ ਨੇ। ਮੈਂ ਇਹ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਹਰ ਇੱਕ ਉਹ ਫੋਨ ਕਾਲ ਜੋ ਚਾਹੇ ਮੈਨੂੰ ਡਾਇਰੈਕਟ ਆਉਂਦੀ ਆ ਜਾਂ ਚਾਹੇ ਉਹ ਅਕਾਲ ਚੈਨਲ ਦੇ ਦਫ਼ਤਰ ਦੇ ਵਿੱਚ ਆਉਂਦੀ ਆ ਇਸ ਪ੍ਰੋਗਰਾਮ ਦੇ ਬਾਬਤ, ਉਹ ਮੇਰੇ ਲਈ ਬਹੁਤ ਇੰਪੋਰਟੈਂਟ ਆ, ਕਿਉਂਕਿ ਉਹਦੇ ਤੋਂ ਮੈਨੂੰ ਅੱਗੇ ਹੌਸਲਾ ਮਿਲਦਾ ਆ ਕੁਛ ਹੋਰ ਅੱਗੇ ਕੁਛ ਲੈ ਕੇ ਆਉਣ ਦਾ। ਕਿਉਂਕਿ ਲੱਗਦਾ ਹੈ ਕਿ ਸਾਡਾ ਇੱਕ ਡਾਇਲੋਗ ਚੱਲ ਰਿਹਾ। ਜੇ ਮੈਂ ਇੱਥੇ ਇਕੱਲੀ ਬੋਲ ਕੇ ਚਲੇ ਜਾਵਾਂ, ਤੁਹਾਨੂੰ ਕੁਛ ਤੁਸੀਂ ਆਪਣਾ ਅੱਗੋਂ ਕੋਈ ਮੈਨੂੰ ਜਿਹੜੀ ਪ੍ਰਤੀਕਿਰਿਆ ਉਹ ਦਿਓ ਹੀ ਨਾ, ਜਾਂ ਬੇਸ਼ੱਕ ਸਹਿਮਤੀ ਜਾਂ ਅਸਹਿਮਤੀ ਉਹ ਦੂਜੀ ਗੱਲ ਆ, ਪਰ ਜਦ ਤੱਕ ਉਹ ਗੱਲ ਚੱਲੂਗੀ ਨਹੀਂ, ਉਹ ਡਾਇਲੋਗ ਚੱਲੂਗਾ ਨਹੀਂ, ਅਬ ਮੇਰੀ ਗੱਲ ਕਰਨ ਦਾ ਫਾਇਦਾ ਨਹੀਂ ਹੋਣਾ। ਸੋ ਮੈਨੂੰ ਤੁਹਾਡੇ ਫੋਨ ਕਾਲਸ ਤੋਂ, ਤੁਹਾਡੀਆਂ ਈਮੇਲਸ ਤੋਂ, ਤੁਹਾਡੇ ਮੈਸੇਜਸ ਤੋਂ ਇਹ ਸਮਝ ਆ ਰਹੀ ਆ ਕਿ ਆਪਾਂ ਇੱਕ ਡਾਇਲੋਗ ਫਾਰਮ ਦੇ ਵਿੱਚ ਜਾ ਰਹੇ ਹਾਂ। ਹੁਣ ਆਪਾਂ ਅੱਗੇ ਡਾਇਲੋਗ ਵੱਲ ਵੱਧ ਰਹੇ ਹਾਂ ਅਤੇ ਮੈਂ ਅੱਗੇ ਵੀ ਇਸ ਗੱਲ ਦਾ ਮੈਂ ਆਸ ਕਰਦੀ ਹਾਂ ਕਿ ਜਿਹੜੇ ਤੁਹਾਡੇ ਮੈਸੇਜਸ ਨੇ ਔਰ ਤੁਹਾਡੇ ਚਾਹੇ ਮੈਨੂੰ ਡਾਇਰੈਕਟ ਫੋਨ ਕਾਲਸ ਵੀ ਆਉਂਦੇ ਆ, ਦੈਟਸ ਓਕੇ। ਜਦੋਂ ਵੀ ਜਿਸ ਤਰੀਕੇ ਨਾਲ ਵੀ ਤੁਸੀਂ ਜਦੋਂ ਇੱਕ ਡਾਇਲੋਗ ਦੇ ਵਿੱਚ ਆਵਾਂਗੇ ਆਪਾਂ ਸਾਰੇ, ਤਾਂ ਕੁਛ ਨਾ ਕੁਛ ਜਿਹੜਾ ਸਕਾਰਾਤਮਕ ਨਿਕਲ ਕੇ ਆਊਗਾ, ਕੁਛ ਨਾ ਕੁਛ ਪੋਜ਼ੀਟਿਵ ਨਿਕਲ ਕੇ ਆਊਗਾ। ਮੈਂ ਆਸ ਕਰਦੀ ਹਾਂ ਕਿ ਤੁਹਾਡਾ ਜਿਹੜਾ ਪਿਆਰ ਹੈ ਉਹ ਇਸ ਪ੍ਰੋਗਰਾਮ ਨੂੰ ਇੰਝ ਹੀ ਮਿਲਦਾ ਰਹੂਗਾ। ਹੁਣ ਆਪਾਂ ਕਿਰਦਾਰੇ ਖਾਲਸਾ ਦੇ ਜਿਹੜੇ ਅੱਜ ਦੇ ਐਪੀਸੋਡ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜਾ ਜਿਵੇਂ ਹਰ ਵਾਰੀ ਮੈਂ ਪਿਛਲਾ ਰੀਕੈਪ ਥੋੜ੍ਹਾ ਜਿਹਾ ਦਿੰਦੀ ਹੁੰਦੀ ਹਾਂ, ਉਹ ਦੱਸਦੇ ਹਾਂ ਕਿ ਪਿਛਲੇ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਨਾਲ ਵਾਹਿਗੁਰੂ ਸ਼ਬਦ ਦੀ ਗੱਲ ਕੀਤੀ ਸੀ। ਮੈਂ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀਗੀ ਕਿ ਬੇਸ਼ੱਕ ਜਿਹੜਾ ਇੱਕ ਓਂਕਾਰ ਹੈ, ਇੱਕ ਓਂਕਾਰ ਤੋਂ ਬਾਅਦ ਗੱਲ ਸਤਨਾਮ ਦੀ ਆਉਣੀ ਚਾਹੀਦੀ ਆ, ਕਿਉਂਕਿ ਮੂਲ ਮੰਤਰ ਇਹੀ ਹੈ। ਪਰ ਕਿਉਂਕਿ ਮੈਂ ਪਹਿਲਾਂ ਅਰਦਾਸ ਦੀ ਗੱਲ ਸ਼ੁਰੂ ਕਰ ਚੁੱਕੀ ਹਾਂ, ਇਸ ਕਰਕੇ ਹੁਣ ਮੇਰਾ ਇੱਕ ਓਂਕਾਰ ਤੋਂ ਬਾਅਦ ਵਾਹਿਗੁਰੂ ਜੀ ਕੀ ਫਤਿਹ ਵੱਲ ਜਾਣਾ ਜਿਹੜਾ ਉਹ ਜ਼ਰੂਰੀ ਹੋ ਗਿਆ। ਤਾਂ ਕਰਕੇ ਮੈਂ ਇੱਕ ਓਂਕਾਰ ਤੋਂ ਬਾਅਦ ਵਾਹਿਗੁਰੂ ਦੀ ਗੱਲ ਕਰ ਰਹੀ ਹਾਂ। ਅਦਰਵਾਈਜ਼ ਜੇ ਮੈਂ ਮੂਲ ਮੰਤਰ ਦੀ ਗੱਲ ਕਰ ਰਹੀ ਹੁੰਦੀ ਤਾਂ ਬਕਾਇਦਾ ਸਤਨਾਮ ਹੀ ਆਉਣਾ ਸੀ, ਪਰ ਕਿਉਂਕਿ ਮੈਂ ਆਪਾਂ ਅਰਦਾਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਕਰਕੇ ਵਾਹਿਗੁਰੂ ਜੀ ਕੀ ਫਤਿਹ ਦੇ ਵਿੱਚੋਂ ਸਭ ਤੋਂ ਪਹਿਲਾਂ ਅੱਖਰ ਵਾਹਿਗੁਰੂ ਸਮਝਣ ਦੀ ਲੋੜ ਆ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਸਿਰਫ ਇੰਨਾ ਕੀ ਗੱਲਾਂ ਕਰ ਸਕੇ ਸੀਗੇ ਕਿ ਜਦੋਂ ਆਪਾਂ ਵਾਹਿਗੁਰੂ ਸ਼ਬਦ ਨੂੰ ਸਮਝਣ ਦੇ ਵਿੱਚ ਗਲਤੀਆਂ ਕਿੱਥੇ ਕਰਦੇ ਹਾਂ, ਤਾਂ ਉਹਦੇ ਵਿੱਚ ਮੈਂ ਤੁਹਾਡੇ ਨਾਲ 2 ਨੁਕਤੇ ਸਾਂਝੇ ਕੀਤੇ ਸੀਗੇ। ਪਹਿਲਾ ਇਹ ਕਿ ਅਸੀਂ ਬਾਣੀ ਨੂੰ ਅਕਸਰ ਤੋੜ ਕੇ ਦੇਖਦੇ ਹਾਂ ਔਰ ਇੱਥੇ ਸਾਡੀ ਬਹੁਤੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਇੱਥੇ ਖੜੀਆਂ, ਕਿਉਂਕਿ ਅਸੀਂ ਬਾਣੀ ਨੂੰ ਕਦੀ ਕਿਸੇ ਗੁਰੂਆਂ ਦੀ ਬਾਣੀ ਅਲੱਗ, ਭੱਟਾਂ ਦੀ ਬਾਣੀ ਅਲੱਗ, ਭਗਤਾਂ ਦੀ ਬਾਣੀ ਅਲੱਗ, ਅਸੀਂ ਸਾਰੀਆਂ ਬਾਣੀਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਦੇਖਦੇ ਹਾਂ, ਜੋ ਕਿ ਨਹੀਂ ਹੋਣਾ ਚਾਹੀਦਾ, ਨਹੀਂ ਹੋ ਸਕਦਾ। ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਜਿਹੜੇ ਵੀ ਅੱਖਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ ਉਹ ਗੁਰਬਾਣੀ ਹੈ, ਉਹ ਗੁਰੂ ਦੀ ਬਾਣੀ ਹੈ ਔਰ ਉਹਨੂੰ ਇੱਕ ਕੰਟੀਨਿਊਟੀ ਵਿੱਚ ਹੀ ਪੜ੍ਹਿਆ ਜਾਊਗਾ ਤਾਂ ਹੀ ਉਹ ਸਮਝ ਆਊਗੀ, ਤਾਂ ਹੀ ਉਹ ਪੱਲੇ ਪਊਗੀ। ਅਦਰਵਾਈਜ਼ ਉਹ ਫਿਰ ਅਸੀਂ ਉਲਝ ਜਾਵਾਂਗੇ ਕਿ ਇਸ ਗੁਰੂ ਸਾਹਿਬ ਨੇ ਆ ਕਿਹਾ, ਇਸ ਭਗਤ ਸਾਹਿਬਾਨ ਨੇ ਆ ਕਿਹਾ, ਫਿਰ ਅਸੀਂ ਉਸ ਚੀਜ਼ ਵਿੱਚ ਉਲਝ ਜਾਵਾਂਗੇ। ਸਾਨੂੰ ਇਹਨੂੰ ਟੋਟੈਲਿਟੀ ਵਿੱਚ ਸਮਝਣਾ ਆ। ਪੂਰੀ ਗੁਰਬਾਣੀ 'ਤੇ ਸਾਨੂੰ ਇਹ ਗੱਲ ਧਿਆਨ ਰੱਖਣੀ ਆ ਕਿ ਗੁਰੂ ਨਾਨਕ ਨਾਮ ਦੀ ਮੋਹਰ ਹੈ। ਸੋ ਜਦੋਂ ਭੱਟ ਸਾਹਿਬਾਨ ਕੁਛ ਫਰਮਾਉਂਦੇ ਨੇ ਜਾਂ ਭਗਤ ਸਾਹਿਬਾਨ ਕੁਛ ਫਰਮਾਉਂਦੇ ਨੇ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠ ਕੇ ਜੋ ਫਰਮਾਉਂਦੇ ਨੇ
ਤਾਂ ਉਹ ਸਾਡਾ ਗੁਰੂ ਹੈ, ਉਹ ਸਾਡਾ ਗੁਰੂ ਫਰਮਾ ਰਿਹਾ, ਔਰ ਉਹਦੇ ਉੱਤੇ ਗੁਰੂ ਨਾਨਕ ਨਾਮ ਦੀ ਮੋਹਰ ਹੋਣ ਕਰਕੇ ਆਪਾਂ ਨੂੰ ਲਵਾਂਗੇ ਕਿ ਉਹ ਗੁਰੂ ਨਾਨਕ ਪਾਤਸ਼ਾਹ ਹੀ ਫਰਮਾ ਰਹੇ ਨੇ। ਸੋ ਚਾਹੇ ਜਦੋਂ ਵੀ ਵਾਹਿਗੁਰੂ ਦੀ ਜਦੋਂ ਗੱਲ ਆਈ ਸੀਗੀ ਕਿ ਵਾਹਿਗੁਰੂ ਸ਼ਬਦ ਦੀ ਬਣਤਰ ਇੱਕ ਪਹਿਲੀ ਵਾਰੀ ਹੋਣ 'ਚ ਕਦੋਂ ਆਇਆ, ਇਹਦਾ ਗੁਰੂ ਨਾਨਕ ਦੇ ਫਲਸਫੇ ਨਾਲ ਕੀ ਸੰਬੰਧ ਹੈ, ਤਾਂ ਵਾਹਿਗੁਰੂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੋ ਗਿਆ ਇੱਕ ਵਰਡ, ਤਾਂ ਉਦੋਂ ਇਹ ਸਮਝ ਲਈਏ ਕਿ ਉਹ ਗੁਰੂ ਨਾਨਕ ਦਾ ਹੀ ਫਲਸਫਾ ਆ। ਸਾਡਾ ਜਵਾਬ ਇਹ ਹੋਊਗਾ ਕਿ ਸਾਨੂੰ ਇਹ ਗੁਰੂ ਨਾਨਕ ਨੇ ਹੀ ਦਿੱਤਾ ਹੈ। ਮੈਨੂੰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਜਿਹੜੇ ਭਗਤ ਸਾਹਿਬਾਨਾਂ ਦੀ ਹੋਰ ਬਾਣੀ ਆ, ਤੁਸੀਂ ਉਹਨੂੰ ਕਿਉਂ ਨਹੀਂ ਮੰਨਦੇ? ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੰਨਣ ਦਾ ਮਤਲਬ ਕੀ? ਉਹ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਉਹ ਰਿਸਪੈਕਟ ਨਹੀਂ ਦਿੰਦੇ। ਮੈਂ ਹੁਣ ਇਹ 'ਤੇ ਨਾ ਥੋੜ੍ਹੀ ਜਿਹੀ ਇੱਕ ਮੈਂ ਗੱਲ ਸਾਂਝੀ ਕਰੂੰਗੀ ਅੱਗੇ ਚੱਲਣ ਤੋਂ ਪਹਿਲਾਂ, ਕਿ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਕਿ ਦੇਖੋ ਜੀ, ਜਿਹੜੀ ਵੀ ਚੀਜ਼, ਕਿਉਂਕਿ ਗੁਰੂ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਸਕਦੀ ਹਾਂ, ਕਿਉਂਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਸਾਡੀ ਇੱਛਾ ਨਹੀਂ ਆ, ਜਾਂ ਇਹ ਨਹੀਂ ਆ ਕਿ ਤੁਸੀਂ ਮੰਨੋ ਜਾਂ ਨਾ ਮੰਨੋ, ਤੁਹਾਡੀ ਆਪਣੀ ਇੱਛਾ ਆ, ਨਹੀਂ, ਚੋਇਸ ਨਹੀਂ ਆ, ਤੁਹਾਨੂੰ ਹੁਕਮ ਆ, ਔਰ ਹੁਕਮ ਦੀ ਉਲੰਘਣਾ ਨਹੀਂ ਹੋ ਸਕਦੀ ਹੁੰਦੀ। ਜੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਕੀਤੀ ਹੁੰਦੀ ਰਿਕੁਐਸਟ ਕਿ ਤੁਸੀਂ ਦੇਖ ਲਓ, ਮੰਨ ਲਿਆ ਕਰੋ, ਤਾਂ ਫਿਰ ਸ਼ਾਇਦ ਆਪਾਂ ਕਿੰਤੂ ਪਰੰਤੂ 'ਚ ਪੈਂਦੇ ਚੰਗੇ ਲੱਗਦੇ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੁਕਮ ਕੀਤਾ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉੱਥੇ ਹੁਕਮ ਹੋਇਆ ਅਤੇ ਹੁਕਮ ਦੀ ਉਲੰਘਣਾ ਨਹੀਂ ਹੁੰਦੀ। ਜੇ ਹੁਕਮ ਦੀ ਉਲੰਘਣਾ ਹੈ ਤਾਂ ਫਿਰ ਮਤਲਬ ਤੁਸੀਂ ਗੁਰੂ ਤੋਂ ਬੇਮੁਖ ਹੋ। ਇਸ ਕਰਕੇ ਜਿਹੜੇ ਵੀ ਅੱਖਰ, ਚਾਹੇ ਉਹ ਭੱਟ ਸਾਹਿਬਾਨਾਂ ਦੀ ਕਲਮ 'ਚੋਂ ਨਿਕਲੇ ਆ, ਮੂੰਹ 'ਚੋਂ ਨਿਕਲੇ ਆ, ਰਸਨਾ 'ਚੋਂ ਨਿਕਲੇ ਆ, ਚਾਹੇ ਉਹ ਗੁਰੂ ਸਾਹਿਬਾਨਾਂ 'ਚੋਂ, ਜਿਹੜੇ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ, ਉਹ ਮੇਰੇ ਗੁਰੂ ਨੇ। ਉਸ ਤੋਂ ਬਾਹਰ ਮੇਰਾ ਚਾਹੇ ਉਹ ਗੁਰੂ ਨਾਨਕ ਪਾਤਸ਼ਾਹ ਦੀ ਕੱਲ੍ਹ ਨੂੰ ਕਿਤੋਂ ਕੋਈ ਚੀਜ਼ ਕਿਉਂ ਨਾ ਲੱਭ ਜੇ ਕਿ ਉਹਨਾਂ ਨੇ ਇੱਕ ਆ ਵੀ ਕਵਿਤਾ ਲਿਖੀ ਸੀ, ਤਾਂ ਉਹ ਮੇਰੇ ਲਈ ਲਿਟਰੇਚਰ ਦਾ ਪਾਰਟ ਤਾਂ ਹੋ ਸਕਦਾ, ਪਰ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ, ਇਸ ਕਰਕੇ ਉਹ ਮੇਰੇ ਗੁਰੂ ਨਹੀਂ ਹੋਣਗੇ, ਚਾਹੇ ਉਹ ਗੁਰੂ ਨਾਨਕ ਪਾਤਸ਼ਾਹ ਨੇ ਹੀ ਲਿਖਿਆ ਹੋਵੇ। ਸੋ ਇੱਕ ਇਹ ਗੱਲ ਬੜੀ ਕਲੀਅਰ ਆ, ਹਰ ਇੱਕ ਜਿਹੜਾ ਲਿਟਰੇਚਰ ਦਾ ਪੀਸ ਆ ਉਹ ਆਪਣੇ ਆਪ 'ਚ ਰਿਸਪੈਕਟੇਬਲ ਆ। ਜਿਹੜੀ ਭਗਤਾਂ ਦੇ ਰਸਨਾ ਦੇ ਵਿੱਚੋਂ ਚੀਜ਼ਾਂ ਨਿਕਲੀਆਂ ਨੇ, ਜਾਂ ਗੁਰੂ ਸਾਹਿਬਾਨਾਂ ਦੀ ਰਸਨਾ ਦੇ ਵਿੱਚੋਂ ਚੀਜ਼ਾਂ ਨਿਕਲੀਆਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ, ਉਹ ਇੱਕ ਹਾਈਲੀ ਰਿਸਪੈਕਟੇਬਲ ਫਾਰਮ ਆਫ ਲਿਟਰੇਚਰ ਹੋ ਸਕਦਾ ਮੇਰੇ ਲਈ, ਪਰ ਉਹ ਮੇਰਾ ਗੁਰੂ ਨਹੀਂ ਹੋ ਸਕਦਾ। ਸੋ ਇੱਥੇ ਜੇ ਇਹ ਮੈਨੂੰ ਲੱਗਦਾ ਕਿ ਇਹ ਵਿਵਾਦ ਦਾ ਕੋਈ ਮੁੱਦਾ ਹੈ ਨਹੀਂ, ਪਰ ਸਵਾਲ ਕੀਤਾ ਗਿਆ ਤਾਂ ਮੈਨੂੰ ਜਵਾਬ ਦੇਣਾ ਜ਼ਰੂਰੀ ਸੀ। ਇਸ ਤੋਂ ਅੱਗੇ ਆਪਾਂ ਅਗਰ ਆ ਜਾਈਏ ਤਾਂ ਜਦੋਂ ਮੈਂ ਕਿਹਾ ਸੀਗਾ ਕਿ ਜਦੋਂ ਵਾਹਿਗੁਰੂ, ਚੰਗਾ ਵੀ ਹੋਇਆ ਕਿ ਇਹ ਸਵਾਲ ਆਇਆ ਸੀਗਾ ਕਿ ਵਾਹਿਗੁਰੂ ਸ਼ਬਦ ਦੀ ਬਣਤਰ, ਤਾਂ ਇਹ ਆਪਾਂ ਗੱਲ ਕੀਤੀ ਸੀਗੀ, ਉਹ ਬੜੇ ਵਿਸਥਾਰ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਗੁਰੂ ਨਾਨਕ ਦੇ ਫਲਸਫੇ ਦੇ ਵਿੱਚੋਂ ਹੀ ਵਾਹਿਗੁਰੂ ਸ਼ਬਦ ਨਿਕਲਦਾ। ਉਸ ਤੋਂ ਬਾਅਦ ਜਿਹੜੇ ਭੱਟ ਗਿਆਨ ਸਾਹਿਬ ਜਿਹੜੇ ਹੈਗੇ ਆ, ਜਦੋਂ ਉਹ ਸਾਨੂੰ ਕਹਿੰਦੇ ਆ ਕਿ ਵਾਹਿਗੁਰੂ 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 ਵਾਹ ਜੀਓ, ਤਾਂ ਉਹਦੇ ਵਿੱਚ ਫਿਰ ਕਮਲ ਨੈਣ ਦੀ ਗੱਲ ਹੁੰਦੀ ਆ। ਤਾਂ ਮੈਂ ਇੱਕ ਬੜੇ ਐਨਾਲਿਟੀਕਲ ਔਰ ਲੌਜੀਕਲ ਤਰੀਕੇ ਨਾਲ ਇਹ ਗੱਲ ਕੀਤੀ ਸੀਗੀ ਕਿ ਬੇਸ਼ੱਕ ਕਮਲ ਨੈਣ ਜਿਹੜਾ ਹੈ ਉਹ, ਔਰ ਉਸ ਤੋਂ ਬਾਅਦ ਉਹ ਸ਼੍ਰੀ ਕ੍ਰਿਸ਼ਨ ਜੀ ਜਿਹੜੇ ਦੁਆਪਰ ਯੁੱਗ ਵਾਲੇ ਸ਼੍ਰੀ ਕ੍ਰਿਸ਼ਨ ਜੀ ਹੈ, ਉਹਨਾਂ ਦਾ ਹਵਾਲਾ ਦੇ ਕੇ ਗੱਲ ਹੁੰਦੀ ਜ਼ਰੂਰ ਹੈ, ਪਰ ਨਾਲ ਹੀ ਉਹ ਅਗਲੀ ਲਾਈਨ ਦੇ ਵਿੱਚ ਇਹ ਕਹਿ ਦਿੰਦੇ ਆ ਕਿ ਤੁਹਾਨੂੰ ਸ਼ਿਵ ਅਤੇ ਬ੍ਰਹਮਾ ਨਹੀਂ ਸਮਝ ਸਕੇ। ਉੱਥੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ, ਔਰ ਮੈਂ ਇਹਨੂੰ ਬੜੇ ਵਿਸਥਾਰ 'ਚ ਪਿਛਲੀ ਵਾਰੀ ਦੱਸਿਆ ਸੀ ਕਿ ਉਹ ਸ਼੍ਰੀ ਕ੍ਰਿਸ਼ਨ ਜਿਹੜੇ ਦੁਆਪਰ ਯੁੱਗ ਵਾਲੇ ਆ ਉਹਨਾਂ ਦੀ ਗੱਲ ਨਹੀਂ ਕਰ ਰਹੇ, ਉਹ ਇੱਕ ਪਰਸੋਨੀਫਿਕੇਸ਼ਨ ਤਾਂ ਮੰਨ ਰਹੇ ਆ, ਕਿਉਂਕਿ ਉਸ ਟਾਈਮ ਦੇ ਉੱਤੇ ਸ਼੍ਰੀ ਕ੍ਰਿਸ਼ਨ ਨੂੰ ਲੋਕ, ਉਸ ਵੇਲੇ ਦੇ ਲੋਕ ਪਰਮਾਤਮਾ ਦਾ ਨਾਮ ਮੰਨ ਕੇ ਚੱਲਦੇ ਸੀ, ਅਤੇ ਇਸ ਕਰਕੇ ਉਹੀ ਨਾਮ ਦੇ ਨਾਲ ਲੋਕਾਂ ਨੂੰ ਸਮਝਾਉਣਾ ਸੌਖਾ ਸੀਗਾ, ਪਰ ਉਹ ਇੱਕ ਪਰਸੋਨੀਫਿਕੇਸ਼ਨ ਹੈ। ਅਸਲ 'ਚੋਂ ਗੱਲ ਅਕਾਲ ਦੀ ਕਰ ਰਹੇ ਆ। ਬਹੁਤ ਜਿਨ੍ਹਾਂ ਨੇ ਵੀ ਨਹੀਂ ਸੁਣਿਆ, ਫॉर ਡੀਟੇਲਸ ਅਗਰ ਉਹਨਾਂ ਨੇ ਸੁਣਨਾ ਹੈ ਕਿ ਕਿਸ ਤਰੀਕੇ ਨਾਲ ਮੈਂ ਇਹਦੇ ਬਾਰੇ ਗੱਲ ਕੀਤੀ ਸੀਗੀ, ਤਾਂ ਉਹ ਚਾਹੇ ਯੂਟਿਊਬ ਦੇ ਉੱਤੋਂ ਵੀਡੀਓ ਕੱਢ ਕੇ ਦੇਖ ਸਕਦੇ ਆ, ਯੂਟਿਊਬ ਦੇ ਉੱਤੇ ਹੋਊਗੀ ਵੀਡੀਓ। ਔਰ ਅਗਰ ਉਸ ਤੋਂ ਬਾਅਦ ਵੀ ਕੋਈ ਕੁਐਸਚਨ ਰਹਿ ਜਾਣ ਤਾਂ ਤੁਸੀਂ ਸਾਨੂੰ ਕੁਐਸਚਨਸ ਆਪਣੇ ਲਿਖ ਸਕਦੇ ਹੋ। ਇਹਦੇ ਨਾਲ ਹੀ ਮੈਂ ਇੱਕ ਹੋਰ ਅਨਾਊਂਸਮੈਂਟ ਕਰਨਾ ਜ਼ਰੂਰੀ ਸਮਝਦੀ ਹਾਂ ਕਿ ਅੱਜ ਹੀ ਮੈਨੂੰ ਦੱਸਿਆ ਗਿਆ ਕਿ ਜਿਹੜੇ ਵੀ ਤੁਸੀਂ ਹੁਣ ਤੁਹਾਡੇ ਕੁਐਸਚਨਸ ਜਾਂ ਤੁਹਾਡਾ ਫੀਡਬੈਕ ਤੁਸੀਂ ਕਿਰਦਾਰੇ ਖਾਲਸਾ ਵਾਸਤੇ ਭੇਜਣਾ ਚਾਹੁੰਦੇ ਆ, ਤਾਂ ਤੁਸੀਂ ਕਿਰਦਾਰੇ ਖਾਲਸਾ @akalchannel.tv ਦੇ ਉੱਤੇ ਭੇਜ ਸਕਦੇ ਆ। ਸਪੈਲਿੰਗ ਸ਼ਾਇਦ ਜਿਹੜੀ ਨੀਚੇ ਤੁਹਾਡੇ ਸਕਰੀਨ ਦੇ ਉੱਪਰ ਆ ਰਹੇ ਹੋਣਗੇ, ਉੱਥੋਂ ਤੁਸੀਂ ਨੋਟ ਕਰ ਸਕਦੇ ਹੋ। ਸਾਨੂੰ ਉਹਦੇ ਉੱਤੇ ਇਹ ਜਿਹੜਾ ਵੀ ਤੁਸੀਂ ਈਮੇਲ ਭੇਜੋਗੇ ਉਹ ਮੈਨੂੰ ਮਿਲ ਜਾਇਆ ਕਰੂਗਾ, ਔਰ ਮੈਂ ਉਹਦੇ ਉੱਤੇ ਜਵਾਬ ਜ਼ਰੂਰ ਦਊਂਗੀ। ਜਿਹੜੀ ਦੂਸਰੀ ਗਲਤੀ ਦੀ ਆਪਾਂ ਗੱਲ ਕੀਤੀ ਸੀ ਉਹ ਇਹ ਸੀ ਕਿ ਅਸੀਂ ਆਪਣੀ ਪਾਤਰਤਾ ਨੂੰ ਜਾਣੇ ਬਿਨਾਂ, ਆਪਣੀ ਅਵਸਥਾ ਨੂੰ ਸਮਝੇ ਬਿਨਾਂ ਕਿੰਤੂ ਕਰਨਾ ਸਿੱਖ ਗਏ ਹਾਂ।
ਸਾਡਾ ਮਕਸਦ ਸਿਰਫ ਕਿੰਤੂ ਕਰਨਾ ਰਹਿ ਗਿਆ ਹੈ ਨਾ। ਅਸੀਂ ਆਪਣੇ ਸਕੋਲਰਸ ਦੀ ਹੇਠੀ ਕਰਨ ਦੇ ਵਿੱਚ, ਉਹਨਾਂ ਦਾ ਮਖੌਲ ਉਡਾਉਣ ਦੇ ਵਿੱਚ ਇੱਕ ਪਲੈਜ਼ਰ ਭਾਲਣਾ ਸ਼ੁਰੂ ਕਰ ਦਿੱਤਾ ਆ। ਸਾਨੂੰ ਖੁਸ਼ੀ ਹੋਣ ਲੱਗ ਗਈ ਹੈ ਜਦੋਂ ਅਸੀਂ ਆਪਣੇ ਸਕੋਲਰਸ ਨੂੰ, ਆਪਣੇ ਲਿਟਰੇਚਰ ਨੂੰ ਨਿੰਦਦੇ ਹਾਂ, ਭੰਡਦੇ ਹਾਂ। ਸਾਨੂੰ ਲੱਗਦਾ ਕਿ ਅਸੀਂ ਬਹੁਤ ਗਿਆਨੀ ਧਿਆਨੀ ਹੋ ਗਏ। ਮੈਨੂੰ ਕਿਸੇ ਨੇ ਇਹ ਕਿਹਾ ਕਿ ਤੁਸੀਂ ਉਹਨਾਂ ਨੂੰ ਕਲੀਨ ਚਿੱਟ ਦਿੱਤੀ। ਮੈਂ ਕਿਸੇ ਨੂੰ ਕਲੀਨ ਚਿੱਟ ਦੇਣ ਵਾਲੀ ਕੋਈ ਨਹੀਂ ਹੁੰਦੀ ਜੀ, ਕਿਉਂਕਿ ਮੇਰੀ ਹਜੇ ਉਹ ਅਵਸਥਾ ਨਹੀਂ। ਮੈਂ ਭਾਈ ਸੰਤੋਖ ਸਿੰਘ ਹੋਣਾ ਜਿੰਨੀ ਹਜੇ ਨਾ ਤਾਂ ਮੇਰੀ ਉਨੀ ਪੜ੍ਹਾਈ ਹੋਈ ਆ ਗੁਰਸਿੱਖੀ ਦੇ ਵਿੱਚ, ਨਾ ਮੇਰਾ ਕੁਛ ਵੀ ਨਹੀਂ ਹਜੇ, ਮੈਂ ਉਸ ਲੈਵਲ 'ਤੇ ਪਹੁੰਚੀ ਨਹੀਂ। ਇਸ ਕਰਕੇ ਮੈਂ ਉਹਨਾਂ ਨੂੰ ਨਾ ਤਾਂ ਕਲੀਨ ਚਿੱਟ ਦੇਣ ਵਾਲੀ ਕੋਈ ਹੁੰਦੀ ਆ, ਨਾ ਮੈਂ ਉਹਨਾਂ ਨੂੰ ਕਟਹਿਰੇ 'ਚ ਖੜੇ ਕਰਨ ਵਾਲੀ ਕੋਈ ਹੁੰਦੀ ਆ। ਇੰਨਾ ਕੁ ਜ਼ਰੂਰ ਮੈਂ ਆਪ ਸਭ ਨੂੰ ਬੇਨਤੀ ਕੀਤੀ ਸੀਗੀ ਔਰ ਹਮੇਸ਼ਾ ਕਰਦੀ ਰਹੂੰਗੀ ਕਿ ਜਦੋਂ ਵੀ ਜਿਹੜਾ ਵੀ ਸਕੋਲਰ ਤੁਸੀਂ ਪੜ੍ਹੋ, ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਪੜ੍ਹੋ, ਸਮਝੋ। ਸਮਝਣ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਆ ਕਿ ਉਹਦੇ 'ਚ ਕੁਛ ਗਲਤੀਆਂ ਹੈ, ਕੁਛ ਤਰੁੱਟੀਆਂ ਹੈ, ਤਾਂ ਉਹਨਾਂ ਨੂੰ ਸ਼ੁੱਧ ਕਰੋ, ਕੁਛ ਹੋਰ ਲਿਖੋ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਸੇਧ ਮਿਲ ਸਕੇ। ਕਦੀ ਵੀ ਕਿਸੇ ਵੀ ਲਿਟਰੇਚਰ, ਕਿਉਂਕਿ ਹਮੇਸ਼ਾ ਜਦੋਂ ਆਪਾਂ ਅੱਗੇ ਚੱਲਦੇ ਹਾਂ ਨਾ ਤਾਂ ਕ੍ਰਿਟੀਕਲ ਐਨਾਲਿਸਿਸ ਹੁੰਦਾ ਜਾਂਦਾ ਆ। ਇੱਕ ਯੁੱਗ ਦੀ ਗੱਲ ਦੂਜਾ ਯੁੱਗ ਕਦੀ ਨਹੀਂ ਮੰਨਦਾ। ਉਹਨਾਂ ਨੂੰ ਲੱਗਦਾ, ਇਸੇ ਲਈ ਸ਼ਾਇਦ ਅਸੀਂ PhD ਦੇ ਉੱਤੇ PhD ਕਰਦੇ ਰਹਿੰਦੇ ਹਾਂ, ਕਿਉਂਕਿ ਜੋ ਪਹਿਲਾ ਸਕੋਲਰ ਕਹਿ ਗਿਆ ਹੁੰਦਾ ਦੂਸਰਾ ਸਕੋਲਰ ਉਹਨੂੰ ਨਹੀਂ ਮੰਨਦਾ, ਫਿਰ ਉਹ ਆਪਣਾ ਕੁਛ ਹੋਰ ਦਿੰਦਾ ਹੈ। ਇਸੇ ਤਰੀਕੇ ਨਾਲ ਤੁਸੀਂ ਵੀ, ਜੇ ਤੁਹਾਨੂੰ ਲੱਗਦਾ ਆ ਕਿ ਕੋਈ ਵੀ, ਚਾਹੇ ਉਹ ਕੋਈ ਵੀ ਗਿਆਨੀ, ਆਪਣੇ ਸੰਤੋਖ ਸਿੰਘ ਹੋਣੀ ਹੋਣ, ਪ੍ਰੋਫੈਸਰ ਸਾਹਿਬ ਸਿੰਘ ਹੋਣੀ ਹੋਣ, ਕੋਈ ਵੀ ਜਿਹੜਾ ਵੀ ਤੁਹਾਨੂੰ ਲੱਗਦਾ ਆ ਕਿ ਇਹਨਾਂ ਨੂੰ ਤੁਸੀਂ ਕ੍ਰਿਟੀਸਾਈਜ਼ ਕਰਨਾ ਆ, ਕ੍ਰਿਟੀਕਲ ਐਨਾਲਿਸਿਸ ਇੰਪੋਰਟੈਂਟ ਆ। ਪਰ ਉਹਦੇ ਵਿੱਚ ਅਸੀਂ ਇੰਨਾ ਕੁ ਧਿਆਨ ਰੱਖੀਏ ਕਿ ਅਸੀਂ ਸਿਰਫ ਨਿੰਦਾ ਜਾਂ ਗਾਲਾਂ ਤੱਕ ਨਾ ਸੀਮਿਤ ਰਹਿ ਜਾਈਏ, ਹੈ ਨਾ। ਉਹਦੇ ਨਾਲ ਸਾਡਾ ਜਿਹੜਾ ਬੌਧਿਕ ਵਿਕਾਸ ਆ ਉਹ ਰੁਕ ਜੂਗਾ। ਸਾਡੇ ਅੰਦਰ ਸਿਰਫ ਇੱਕ ਨਫ਼ਰਤ ਪੈਦਾ ਹੋ ਜੂਗੀ। ਅਸੀਂ ਸਿਰਫ ਇੱਕ ਦੂਜੇ ਨੂੰ ਨਫ਼ਰਤ ਦੀ ਭਾਵਨਾ ਨਾਲ ਦੇਖਣਾ ਸ਼ੁਰੂ ਕਰ ਦਾਂਗੇ। ਹੋਣਾ ਇਹ ਚਾਹੀਦਾ ਸੀ ਕਿ ਜੇ ਸਾਨੂੰ ਕੋਈ ਚੀਜ਼ ਨਹੀਂ ਠੀਕ ਲੱਗ ਰਹੀ, ਅਸੀਂ ਉਹਨੂੰ ਦੇਖੀਏ, ਘੋਖੀਏ, ਪੜਤਾਲੀਏ, ਪੜਚੋਲੀਏ ਔਰ ਉਸ ਤੋਂ ਬਾਅਦ ਉਹਦੇ ਤੋਂ ਇੱਕ ਨਵੀਂ ਚੀਜ਼ ਲਿਆ ਕੇ ਅੱਗੇ ਪੇਸ਼ ਕਰ ਦਈਏ ਕਿ ਸੰਗਤ ਜੀ, ਇਹਦੇ ਵਿੱਚ ਆਹ ਤਰੁੱਟੀਆਂ ਸੀ, ਆਹ ਅਸੀਂ ਸ਼ੁੱਧ ਕਰ ਦਿੱਤੀਆਂ। ਔਰ ਸਾਡੇ ਕੋਲ ਇੱਕ ਪੈਰਾਮੀਟਰ ਹੈ, ਗੁਰਬਾਣੀ ਸਾਡੇ ਕੋਲ ਆਪਣਾ ਇੱਕ ਪੈਰਾਮੀਟਰ ਹੈ। ਅਸੀਂ ਹਰ ਇੱਕ ਚੀਜ਼, ਚਾਹੇ ਉਹ ਕਵੀ ਸੰਤੋਖ ਸਿੰਘ ਹੋਣੀ ਹੈ, ਚਾਹੇ ਉਹ ਗੁਰਦਾਸ ਜੀ ਹੋਣੀ ਹੈਗੇ ਆ, ਜਿਸ ਦੀ ਵੀ ਆਪਾਂ ਕੋਈ ਚੀਜ਼ ਪੜ੍ਹ ਰਹੇ ਹਾਂ, ਅਸੀਂ ਉਹਨਾਂ ਨੂੰ, ਜੋ ਵੀ ਉਹਨਾਂ ਨੇ ਲਿਖਿਆ, ਗੁਰਬਾਣੀ ਦੇ ਪੈਰਾਮੀਟਰ ਦੇ ਉੱਤੇ ਦੇਖੀਏ। ਜਿਹੜੀ ਚੀਜ਼ ਗੁਰਬਾਣੀ ਦੇ ਅਨੁਕੂਲ ਚੱਲ ਰਹੀ ਆ ਉਹਨੂੰ ਅਪਣਾ ਲਈਏ, ਬਾਕੀਆਂ ਨੂੰ ਅਸੀਂ ਛੱਡ ਦਈਏ। ਪਰ ਛੱਡਣ ਦੇ ਨਾਲ ਨਾਲ ਸਾਨੂੰ ਵਿਕਲਪ ਵੀ ਦੇਣਾ ਪਊਗਾ। ਅਸੀਂ ਛੱਡ ਦਈਏ ਪਰ ਨਾਲ ਦੱਸਣਾ ਵੀ ਪਊਗਾ ਆਉਣ ਵਾਲੀਆਂ ਨਸਲਾਂ ਨੂੰ ਕਿ ਅਸੀਂ ਕਿਉਂ ਛੱਡਿਆ। ਔਰ ਇਹ ਕੰਮ ਸਾਨੂੰ ਕਰਨੇ ਪੈਣੇ ਆ, ਲਿਖਣੇ ਪੈਣੇ ਆ, ਬੋਲਣੇ ਪੈਣੇ ਆ, ਗਾਲਾਂ ਦੇ ਰੂਪ ਵਿੱਚ ਨਹੀਂ ਹੋ ਸਕਦਾ। ਸੋ ਇੰਨੀਆਂ ਕੁ ਗੱਲਾਂ ਕਰਕੇ ਆਪਾਂ ਅੱਗੇ ਚੱਲਦੇ ਹਾਂ। ਜੋ ਇਹ ਮੈਂ ਪਿਛਲੀ ਵਾਰੀ ਸਾਰਾ ਕੁਝ ਕਰ ਚੁੱਕੀ ਸੀਗੀ। ਮੈਨੂੰ ਕਿਸੇ ਬਹੁਤ ਪਿਆਰੇ ਸਾਡੇ ਕਿਸੇ ਬਜ਼ੁਰਗ ਦਾ ਫੋਨ ਆਇਆ। ਮੈਂ ਉਹਨਾਂ ਕੋਲੋਂ ਆਗਿਆ ਨਹੀਂ ਲਈ, ਇਸ ਕਰਕੇ ਮੈਂ ਉਹਨਾਂ ਦਾ ਨਾਮ ਨਹੀਂ ਬੋਲ ਰਹੀ। ਅਤੇ ਉਹਨਾਂ ਨੇ ਕਿਹਾ ਕਿ ਭੱਟ ਸਾਹਿਬ ਨੇ ਜਿਹੜੇ ਵਾਹਿਗੁਰੂ ਸ਼ਬਦ ਹੈ ਉਹ ਗੁਰੂ ਪਾਤਸ਼ਾਹ ਲਈ ਇਸਤੇਮਾਲ ਕੀਤਾ, ਅਕਾਲ ਪੁਰਖ ਲਈ ਇਸਤੇਮਾਲ ਨਹੀਂ ਕੀਤਾ। ਹੁਣ ਇਸ ਗੱਲ ਨਾਲ ਮੈਂ ਸਹਿਮਤ ਵੀ ਹਾਂ, ਪਰ ਮੈਨੂੰ ਲੱਗਦਾ ਕਿ ਸਾਨੂੰ ਥੋੜ੍ਹਾ ਜਿਹਾ ਹੋਰ ਅੱਗੇ ਚੱਲਣਾ ਪਊਗਾ। ਬੇਸ਼ੱਕ ਮੈਂ ਉਹਨਾਂ ਤੋਂ ਬਹੁਤ ਛੋਟੀ ਹਾਂ ਔਰ ਮੈਂ ਤੁਹਾਡੇ ਸਾਰਿਆਂ 'ਚੋਂ ਉਮਰ ਦੇ ਵਿੱਚ ਕਿਸੇ ਤੋਂ ਵੱਡੀ ਵੀ ਹੋਵਾਂ, ਪਰ ਬੌਧਿਕ ਲੈਵਲ 'ਤੇ ਸ਼ਾਇਦ ਛੋਟੀ ਵੀ ਹੋਵਾਂ। ਸੋ ਉਹ ਇੱਕ ਗੱਲ ਅਲੱਗ ਹੈਗੀ ਆ। ਪਰ ਸਾਨੂੰ ਇਹ ਸਮਝਣਾ ਹੈ ਕਿ ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਉਹਨਾਂ ਦਾ ਕੀ ਸੰਬੰਧ ਹੈ। ਹੁਣ ਜਦੋਂ ਆਪਾਂ ਇਹ ਦੇਖਾਂਗੇ, ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕੀ ਕਿ ਜੋ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਇਆ ਹੈ, ਦਰਜ ਹੈ, ਤਾਂ ਉਹ ਡੈਫੀਨੇਟਲੀ ਗੁਰੂ ਨਾਨਕ ਪਾਤਸ਼ਾਹ ਦੀ ਹੀ ਰਸਨਾ ਦਾ ਸ਼ਬਦ ਹੈ। ਹੁਣ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਵਾਹਿਗੁਰੂ ਸ਼ਬਦ ਭੱਟ ਸਾਹਿਬਾਨਾਂ ਨੇ ਆਪ ਨਹੀਂ ਘੜਿਆ, ਉਹ ਗੁਰੂ ਨਾਨਕ ਦੇ ਫਲਸਫੇ ਦੇ ਵਿੱਚੋਂ ਹੀ ਨਿਕਲਿਆ। ਇਹ ਕਿੱਦਾਂ? ਗੁਰੂ ਨਾਨਕ ਪਾਤਸ਼ਾਹ ਵਾਹ ਦਾ ਜ਼ਿਕਰ ਕਰਦੇ ਨੇ। ਵਾਹ ਦਾ ਜ਼ਿਕਰ, ਵਾਹਿਗੁਰੂ ਦਾ ਜ਼ਿਕਰ ਚਾਹੇ ਕਿਸੇ ਗੁਰੂ ਸਾਹਿਬਾਨ ਦੀ ਬਾਣੀ 'ਚ ਨਹੀਂ ਆਇਆ, ਪਰ ਵਾਹ ਦਾ ਜ਼ਿਕਰ ਜਿਹੜਾ ਨਾ ਉਹ ਬਹੁਤ ਵਾਰੀ ਆਇਆ ਗੁਰਬਾਣੀ ਦੇ ਵਿੱਚ। ਹੁਣ ਇਹਨੂੰ ਮੇਰੇ ਨਾਲ ਸਟੈਪ ਬਾਏ ਸਟੈਪ ਚੱਲਿਓ ਤਾਂ ਆਪਾਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਵਾਂਗੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹਉ ਪਾਪੀ ਤੂੰ ਨਿਰਮਲੇਖ। ਵਾਹ ਵਾਹ ਸਾਚੇ ਮੈਂ ਤੇਰੀ ਟੇਕ। ਹੁਣ ਜਿਹੜੀ ਵਾਹ ਵਾਹ ਇੱਥੇ ਜਿਹੜੀ ਗੱਲ ਹੈ ਨਾ, ਉਹ ਆਉਂਦੀ ਹੈ ਐਕਸਕਲਾਮੇਸ਼ਨ ਦੇ ਵਿੱਚ। ਜਿਵੇਂ ਆਪਾਂ ਇੰਟਰਜੈਕਸ਼ਨ ਲਗਾ ਦਿੰਦੇ ਹਾਂ, ਪੰਜਾਬੀ ਗ੍ਰਾਮਰ ਦੇ ਵਿੱਚ ਇਹਨੂੰ ਵਿਸਮਕ ਵੀ ਕਿਹਾ ਜਾਂਦਾ ਹੈ ਕਿ ਉਹ ਆਪਾਂ ਲਗਾ ਦਿੰਦੇ ਹਾਂ ਕਿ ਜਦੋਂ ਆਪਾਂ ਕਿਸੇ ਦੀ ਪ੍ਰੇਜ਼ ਕਰਦੇ ਹਾਂ, ਜਦੋਂ ਆਪਾਂ ਸਾਡੇ ਅੰਦਰ ਇੱਕ ਇਮੋਸ਼ਨ ਫੁੱਟਦਾ ਹੈ ਤਾਂ ਉਹਦਾ ਆਪਾਂ ਕਹਿੰਦੇ ਵਾਹ, ਹੈ ਨਾ। ਤਾਂ ਗੁਰੂ ਨਾਨਕ ਪਾਤਸ਼ਾਹ ਇੱਥੇ ਉਹ ਵਾਹ ਦੀ ਗੱਲ ਕਰ ਰਹੇ ਆ ਕਿ ਵਾਹ, ਪ੍ਰੇਜ਼ ਦੀ ਗੱਲ ਕਰ ਰਹੇ ਆ। ਸੋ ਇੱਕ ਇੰਟਰਜੈਕਸ਼ਨ ਦੀ ਗੱਲ ਕਰ ਰਹੇ, ਵਿਸਮਕ ਦੀ ਗੱਲ ਕਰ ਰਹੇ। ਇੱਕ ਗੱਲ ਤਾਂ ਇਹ ਨੋਟ ਰੱਖ ਲਿਓ। ਹੁਣ ਉਸ ਤੋਂ ਅੱਗੇ ਹੁਣ ਆਪਾਂ ਇਹ ਦੇਖੀਏ ਕਿ ਉਹ ਜਿਹੜਾ ਵਿਸਮਕ ਉਪਜਦਾ ਹੈ, ਜੋ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਦੇ ਵਿੱਚੋਂ ਜਿਹੜੀ ਵਾਹ
ਨਿਕਲ ਕੇ ਆਉਂਦਾ, ਉਹ ਵਾਹ ਕਿਹਦੇ ਵਾਸਤੇ ਨਿਕਲ ਕੇ ਆਉਂਦਾ? ਤਾਂ ਗੁਰੂ ਨਾਨਕ ਪਾਤਸ਼ਾਹ ਅੱਗੇ ਦੱਸਦੇ ਨੇ, ਤਿਸਕੋ ਵਾਹ ਵਾਹ ਜੇ ਵਾਟ ਦਿਖਾਵੇ, ਤਿਸਕੋ ਵਾਹ ਵਾਹ ਜੇ ਸ਼ਬਦ ਸੁਣਾਵੇ, ਤਿਸਕੋ ਵਾਹ ਵਾਹ ਜੇ ਮੇਲ ਮਿਲਾਵੇ, ਵਾਹ ਵਾਹ ਤਿਸਕੋ ਜਿਸਕਾ ਇਹ ਜੀਓ। ਹੁਣ ਇੱਥੇ ਗੁਰੂ ਪਾਤਸ਼ਾਹ ਨੇ ਬੜਾ ਤੁਹਾਨੂੰ ਕਲੀਅਰ ਦੱਸ ਦਿੱਤਾ ਕਿ ਮੈਂ ਕਿਹਦੀ ਵਾਹ ਕਰ ਰਿਹਾ। ਤਾਂ ਆਪਾਂ ਉਹ ਸਾਰਾ ਕੁਛ ਇਹਦੇ 'ਚ ਆ ਗਿਆ ਕਿ ਜਿਹੜਾ ਤੁਹਾਨੂੰ ਵਾਟ ਦਿਖਾਉਂਦਾ ਆ, ਤੁਹਾਨੂੰ ਰਸਤਾ ਦਿਖਾਉਂਦਾ ਆ, ਇਸ ਗੱਲ ਨੂੰ ਆਪਣੇ ਨਾਲ ਫੜ ਕੇ ਬੈਠ ਜਿਓ ਕਿ ਉਹਨੂੰ ਵਾਹ ਆ ਜਿਹੜਾ ਤੁਹਾਨੂੰ ਰਸਤਾ ਦਿਖਾਉਂਦਾ। ਇੱਕ ਗੱਲ ਉਸ ਤੋਂ, ਕਿਉਂਕਿ ਇਹ ਗੱਲ ਆਪਾਂ ਨੂੰ ਅੱਗੇ ਇਸਤੇਮਾਲ ਕਰਨੀ ਪਊਗੀ। ਉਸ ਤੋਂ ਬਾਅਦ ਇਹ ਤਾਂ ਹੁਣ ਇੱਕ ਗੱਲ ਹੋ ਗਈ ਸੀ ਵਿਸਮਕ ਦੀ, ਕਿ ਵਿਸਮਕ ਜਾਂ ਇੰਟਰਜੈਕਸ਼ਨ ਰੂਪ ਦੇ ਵਿੱਚ ਹੈ ਨਾ, ਸੈਂਟੈਂਸ ਦੀਆਂ ਕਈ ਸਪੀਚ ਫਿਗਰ ਆਫ ਸਪੀਚ ਹੁੰਦੇ ਆ, ਤਾਂ ਉਹਦੇ ਵਿੱਚ ਇੱਕ ਤਰੀਕਾ ਤਾਂ ਹੈਗਾ ਕਿ ਜਿਹਦੇ ਵਿੱਚ ਤੁਹਾਨੂੰ ਪ੍ਰੇਜ਼ ਸਾਹਮਣੇ ਆਉਂਦੀ ਹੈ। ਦੂਸਰੀ ਗੱਲ ਮੈਨੂੰ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਨਾਮ ਮੈਨੂੰ ਇਸ ਕਰਕੇ ਲੈਣੇ ਜ਼ਰੂਰੀ ਹੈ ਕਿਉਂਕਿ ਸਾਨੂੰ ਸਮਝ, ਗੁਰੂ ਦੀ ਸਮਝ ਆ ਸਾਨੂੰ ਉਦੋਂ ਆਉਣੀ ਆ ਜਦੋਂ ਅਸੀਂ, ਕਿਉਂਕਿ ਅਦਰਵਾਈਜ਼ ਇਹ ਸਾਰੀ ਬਾਣੀ ਜਿਹੜੀ ਆ ਉਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। ਗੁਰੂ ਨਾਨਕ ਪਾਤਸ਼ਾਹ ਸਰੀਰ ਦੀ ਗੱਲ ਨਹੀਂ ਆ, ਗੁਰੂ ਨਾਨਕ ਪਾਤਸ਼ਾਹ ਆਤਮਾ ਦੀ ਗੱਲ ਹੈ, ਜੋਤ ਦੀ ਗੱਲ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹ ਸਾਰੀਆਂ ਹੀ ਜਿੰਨੇ ਵੀ ਨਾਮ ਅਸੀਂ ਗਿਣਦੇ ਹਾਂ ਉਹ ਬੇਸਿਕਲੀ ਇੱਕੋ ਜੋਤ ਦੇ ਵਿੱਚ ਪਰੋਏ ਹੋਏ ਗੱਲ ਕਰ ਰਹੇ ਨੇ। ਪਰ ਇੱਥੇ ਨਾਮ ਇਸ ਕਰਕੇ ਲੈਣਾ ਪੈ ਰਿਹਾ ਕਿਉਂਕਿ ਅੱਗੇ ਮੈਨੂੰ ਨਾਮ ਦੀ ਗੱਲ ਕਰਨੀ ਪੈਣੀ ਹੈ, ਤਾਂ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਈ, ਵਡਭਾਗੀਆ ਵਾਹ ਵਾਹ ਮੋਹ ਕਢਾਈ, ਵਾਹ ਵਾਹ ਕਰੇ ਸੇਈ ਜਨ ਸੋਹਣੇ, ਤਿਨਕੋ ਪ੍ਰਜਾ ਪੂਜਣ ਆਈ, ਵਾਹ ਵਾਹ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੇ ਸੋਭਾ ਪਾਈ। ਇੱਥੇ ਹੁਣ ਜਰਾ ਧਿਆਨ ਨਾਲ ਦੇਖਿਓ ਜੇ, ਪਹਿਲੀ ਲਾਈਨ ਦੇ ਵਿੱਚ ਜਿਹੜੀ ਕਹਿੰਦੇ ਨੇ ਉਹ ਕਹਿੰਦੇ ਨੇ ਵਾਹ ਵਾਹ ਕਰਤੀ ਰਸਨਾ। ਸੋ ਇੱਥੇ ਹੁਣ ਜਿਹੜਾ ਉਹ ਐਕਸਕਲਾਮੇਸ਼ਨ ਸੀ, ਜਿਹੜੀ ਉਹ ਇੰਟਰਜੈਕਸ਼ਨ ਸੀਗੀ, ਜਿਹੜੀ ਉਹ ਪ੍ਰੇਜ਼ ਨਿਕਲੀ ਸੀ, ਇੱਕ ਜਿਹੜਾ ਫੀਲਿੰਗ ਨਿਕਲ ਕੇ ਆਈ ਸੀ ਗੁਰੂ ਨਾਨਕ ਪਾਤਸ਼ਾਹ ਦੀ, ਇੱਥੇ ਉਹ ਕਰਮ ਬਣ ਗਿਆ। ਹੁਣ ਇੱਥੇ ਉਹ ਵਾਹ ਵਾਹ ਕਰ ਰਿਹਾ, ਕੀਤਾ ਜਾ ਰਿਹਾ, ਉਹ ਰਸਨਾ ਦੇ ਵਿੱਚੋਂ ਰਸਨਾ ਜੋ ਕਰਤਾ ਹੈ ਔਰ ਵਾਹ ਵਾਹ ਜੋ ਹੈ ਇਸ ਟਾਈਮ 'ਤੇ ਕਰਮ ਬਣ ਗਿਆ, ਵਰਬ ਬਣ ਗਿਆ। ਹੁਣ ਇਹ ਗੱਲ ਧਿਆਨ ਨਾਲ ਰੱਖਿਓ। ਔਰ ਇਸੇ ਹੀ ਤੁਕ ਦੀ ਆਖਰੀ ਲਾਈਨ ਦੇ ਵਿੱਚ ਉਹ ਕਹਿੰਦੇ ਨੇ, ਵਾਹ ਵਾਹ ਕਰਮ ਪ੍ਰਾਪਤ ਹੋਵੇ। ਹੁਣ ਤੁਸੀਂ ਪ੍ਰਾਪਤ ਕਿਹਨੂੰ ਕਰ ਸਕਦੇ ਹੋ? ਫੀਲਿੰਗ ਨੂੰ ਪ੍ਰਾਪਤ ਕੀਤਾ ਜਾ ਸਕਦਾ, ਜਾਂ ਕਿਸੇ ਮਟੀਰੀਅਲ ਜਾਂ ਕਿਸੇ ਸ਼ੈ ਜਾਂ ਵਸਤੂ ਨੂੰ ਪ੍ਰਾਪਤ ਕੀਤਾ ਜਾ ਸਕਦਾ, ਕਿਸੇ ਨਾਮ ਨੂੰ। ਇੱਥੇ ਉਹ ਨਾਉਨ ਬਣ ਕੇ ਤੁਹਾਡੇ ਸਾਹਮਣੇ ਆ ਜਾਂਦਾ, ਜਿਹਨੂੰ ਆਪਾਂ ਨਾਵ ਕਹਿ ਦਿੰਦੇ ਹਾਂ ਪੰਜਾਬੀ ਵਿੱਚ। ਸੋ ਵਾਹ ਦਾ ਜਿਹੜਾ ਮਤਲਬ ਹੈ ਨਾ, ਇੱਥੇ 3 ਤਰੀਕੇ ਨਾਲ ਸਾਡੇ ਕੋਲ ਆ ਰਿਹਾ। ਇੱਕ ਤਾਂ ਵਿਸਮਕ ਰੂਪ ਦੇ ਵਿੱਚ, ਦੂਜਾ ਕਰਮ ਦੇ ਰੂਪ ਦੇ ਵਿੱਚ, ਅਤੇ ਤੀਸਰਾ ਜਿਹੜਾ ਹੈਗਾ ਉਹ ਨਾਵ ਦੇ ਰੂਪ ਦੇ ਵਿੱਚ। ਹੁਣ ਨਾਵ ਜਿਹੜਾ ਉਹ ਕਿਸੇ ਚੀਜ਼ ਦਾ ਹੁੰਦਾ, ਕਿਸੇ ਸ਼ੈ ਦਾ ਹੁੰਦਾ, ਜਾਂ ਕਿਸੇ ਐਸੀ ਐਂਟਿਟੀ ਦਾ ਹੁੰਦਾ ਜਿਹੜੀ ਆਪਾਂ ਦੇਖ ਸਕੀਏ ਜਾਂ ਮਹਿਸੂਸ ਕਰ ਸਕੀਏ। ਇਨਸਾਨ ਨੂੰ ਨਾ ਇਹਨੂੰ ਥੋੜ੍ਹਾ ਜਿਹਾ ਹੋਰ ਸਮਝਣ ਦੀ ਕੋਸ਼ਿਸ਼ ਕਰਿਓ ਕਿ ਸਾਡੇ ਜਿਹੜਾ ਅਸੀਂ ਇਨਸਾਨ ਆ, ਸਾਨੂੰ ਹਰ ਇੱਕ ਚੀਜ਼ ਨੂੰ ਸਮਝਣ ਵਾਸਤੇ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਨਾਮ ਅਤੇ ਕੋਈ ਨਾ ਕੋਈ ਸਿੰਬਲ ਚਾਹੀਦਾ। ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਕਹਿੰਦੀ ਹਾਂ ਟੇਬਲ, ਤਾਂ ਤੁਹਾਡੇ ਦਿਮਾਗ 'ਚ ਇੱਕਦਮ ਪਤਾ ਲੱਗ ਜੂਗਾ ਕਿ ਅੱਛਾ ਇਹੋ ਜਿਹੀ ਚੀਜ਼ ਨੂੰ ਟੇਬਲ ਕਿਹਾ ਜਾਂਦਾ। ਕਿਉਂ? ਕਿਉਂਕਿ ਤੁਹਾਨੂੰ ਪਤਾ ਆ ਕਿ ਆਹ ਇੱਕ ਚੀਜ਼ ਹੈ ਅਤੇ ਇਹਦਾ ਨਾਮ ਟੇਬਲ ਹੈ। ਮੈਂ ਤੁਹਾਨੂੰ ਕਹਿੰਦੀ ਹਾਂ ਪੈਨਸਿਲ, ਤਾਂ ਤੁਸੀਂ ਇਸ ਚੀਜ਼ ਨੂੰ ਪੈਨਸਿਲ ਕਹਿ ਲਓਗੇ। ਮੰਨ ਲਓ ਕਿ ਮੈਂ ਤੁਹਾਨੂੰ ਇਹਨੂੰ ਪੈਨਸਿਲ ਸ਼ੁਰੂ ਤੋਂ ਨਾ ਕਿਹਾ ਜਾਂਦਾ ਹੁੰਦਾ, ਇਹਨੂੰ ਟੇਬਲ ਕਿਹਾ ਜਾਂਦਾ ਹੁੰਦਾ, ਅਤੇ ਟੇਬਲ ਨੂੰ ਪੈਨਸਿਲ ਕਿਹਾ ਜਾਂਦਾ ਹੁੰਦਾ, ਅਤੇ ਅਗਰ ਮੈਂ ਤੁਹਾਨੂੰ ਪੈਨਸਿਲ ਕਹਿੰਦੀ, ਤੁਸੀਂ ਫਿਰ ਜਿਹੜਾ ਅੱਜ ਤੁਹਾਡੇ ਲਈ ਟੇਬਲ ਉਹਨੂੰ ਤੁਸੀਂ ਪੈਨਸਿਲ ਮੰਨਣਾ ਸੀ। ਬੇਸਿਕਲੀ ਮੈਂ ਕਹਿਣਾ ਕੀ ਚਾਹ ਰਹੀ ਹਾਂ ਕਿ ਆਹ ਇੱਕ ਸਿੰਬਲ ਹੈ, ਇਹਦੇ ਨਾਲ ਇੱਕ ਅੱਖਰ ਜੋੜ ਦਿੱਤਾ ਗਿਆ ਤਾਂ ਉਹ ਸਾਡੀ ਭਾਸ਼ਾ ਬਣ ਗਈ। ਇਹ ਪੈਨਸਿਲ ਇਹ ਕੁਛ ਵੀ ਹੋ ਸਕਦੀ ਹੈ, ਕਿਸੇ ਹੋਰ ਭਾਸ਼ਾ ਵਿੱਚ ਕੁਛ ਹੋਰ ਹੋ ਸਕਦੀ ਹੈ, ਪਰ ਤੁਹਾਡੀ ਭਾਸ਼ਾ ਵਿੱਚ ਇਹ ਪੈਨਸਿਲ ਹੈ। ਕਿਉਂ? ਕਿਉਂਕਿ ਇਹਦੇ ਨਾਲ ਇੱਕ ਅੱਖਰ ਅਸੀਂ ਜੋੜ ਦਿੱਤਾ, ਆਹ ਸਿੰਬਲ ਹੈ, ਉਹਦੇ ਨਾਲ ਆਪਾਂ ਇਹਦਾ ਨਾਮ ਰੱਖ ਦਿੱਤਾ। ਹੁਣ ਜਿਹੜਾ ਇੱਥੇ ਜਿਹਦੀ ਗੱਲ ਹੋ ਰਹੀ ਹੈ ਨਾ, ਜਿਹੜਾ ਇੱਕ ਵਿਸਮਕ ਰੂਪ ਦੇ ਵਿੱਚ ਵੀ ਨਿਕਲ ਕੇ ਆਉਂਦਾ, ਜਿਹੜਾ ਇੱਕ ਫੀਲਿੰਗ ਰੂਪ 'ਚ ਵੀ ਨਿਕਲ ਕੇ ਆਉਂਦਾ, ਕਰਮ ਦੇ ਰੂਪ ਵਿੱਚ ਵੀ ਨਿਕਲ ਕੇ ਆਉਂਦਾ, ਅਤੇ ਨਾਵ ਦੇ ਰੂਪ ਵਿੱਚ ਵੀ, ਦਰਅਸਲ ਉਸ ਦਾ ਕੋਈ ਨਾਮ ਹੈ ਹੀ ਨਹੀਂ, ਕਿਉਂਕਿ ਉਹ ਅਕਾਲ ਮੂਰਤ ਹੈ, ਅਜੂਨੀ ਹੈ, ਸਹਿਬੰਗ ਹੈ। ਜਿਹੜਾ ਆਪ ਸਹਿਬੰਗ ਹੈ ਉਹਦਾ ਨਾਮ ਕੌਣ ਰੱਖੂਗਾ? ਔਰ ਗੁਰੂ ਨਾਨਕ ਪਾਤਸ਼ਾਹ ਇੱਥੋਂ ਤੱਕ ਉਸ ਦੇ ਨਾਮ ਦਾ ਕੋਈ ਜ਼ਿਕਰ ਨਹੀਂ ਕਰ ਰਿਹਾ। ਤਾਂ ਹੀ ਉਹ ਸਿਰਫ ਉਹਦੀ ਜਿਹੜੀ ਉਹਦੀ ਵਿਸ਼ਾਲਤਾ ਹੈ ਉਹਨੂੰ ਦੇਖ ਕੇ ਵਾਹ ਵਾਹ ਕਹਿੰਦੇ ਨੇ, ਔਰ ਫਿਰ ਉਹ ਕਹਿੰਦੇ ਨੇ ਕਿ ਉਸੇ ਦਾ ਉਹ ਨਾਮ, ਉਹ ਵਾਹ ਵਾਹ ਜਿਹੜੀ ਹੈ ਤੁਹਾਡੀ ਰਸਨਾ ਜਪਦੀ ਰਹੇ। ਔਰ ਫਿਰ ਉਹ ਕਹਿੰਦੇ ਨੇ ਤਾਂ ਹੀ ਉਸ ਵਾਹ ਵਾਹ ਨੂੰ ਪਾਇਆ ਜਾ ਸਕਦਾ। ਸੋ ਬੇਸਿਕਲੀ ਉਹ ਜਿਹੜਾ ਵਾਹ ਵਾਹ ਹੈ ਨਾ, ਉਹੀ ਉਸ ਅਕਾਲ ਮੂਰਤ ਦਾ, ਉਸ ਜਿਹਦਾ ਕੋਈ ਨਾਮ ਨਹੀਂ, ਜੋ ਅਜੂਨੀ ਹੈ ਨਾ, ਜਿਹੜਾ ਹਰ ਜਗ੍ਹਾ ਦੇ ਉੱਤੇ ਹੈ, ਔਰ
ਬਸ ਇੱਕ ਜਗ੍ਹਾ ਦੇ ਉੱਤੇ ਹੈ। ਸੋ ਉਹ ਉਸ ਅਕਾਲ ਮੂਰਤ ਦਾ ਨਾਮ ਜਿਹੜਾ ਉਹ ਵਾਹ ਰੱਖਿਆ ਜਾਂਦਾ। ਹੁਣ ਇੰਨੀ ਕੁ ਗੱਲ ਤਾਂ ਆਪਾਂ ਸਮਝ ਲਈਏ। ਉਸ ਤੋਂ ਅੱਗੇ ਆਪਾਂ ਚੱਲੀਏ ਤਾਂ ਉਹ ਜਿਹੜਾ ਨਾਮ ਹੈ ਉਹ ਕਿਹਦਾ ਹੈ, ਉਹ ਕੀ ਨਾਮ ਹੈ, ਇਹਨੂੰ ਅੱਗੇ ਗੁਰੂ ਪਾਤਸ਼ਾਹ ਬੜੇ ਕਲੀਅਰ ਕਰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ, ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾਕਾ ਨਾਉ। ਹੁਣ ਉਹ ਕਹਿੰਦੇ ਕਿ ਕੌਣ ਹੈ ਉਹ ਜਿਹੜਾ ਨਾਵ ਰੂਪ ਹੈ, ਜਿਹੜਾ ਨਾਉਨ ਹੈ, ਉਹ ਕੌਣ ਹੈ? ਅੰਮ੍ਰਿਤ ਜਾਕਾ ਨਾਉ। ਹੁਣ ਅੰਮ੍ਰਿਤ ਤੋਂ ਤੁਸੀਂ ਔਰ ਮੈਂ ਸਮਝਾਂਗੇ ਕਿ ਅੰਮ੍ਰਿਤ ਸ਼ਾਇਦ ਉਹ ਜੋ ਅਸੀਂ ਲੈਂਦੇ ਹਾਂ ਜਾਂ ਜੋ ਅਸੀਂ ਪੀਂਦੇ ਹਾਂ, ਜਾਂ ਸ਼ਾਇਦ ਕੁਛ ਲੋਕ ਜਿਹੜੇ ਆ ਉਹ ਜਿਹੜਾ ਜਲ ਲੈ ਕੇ ਆਉਂਦੇ ਉਹਨੂੰ ਵੀ ਅੰਮ੍ਰਿਤ ਕਹਿੰਦੇ ਆ, ਕਿਉਂਕਿ ਸਾਡੇ ਕੋਲ ਇੱਕ ਸਿੰਬਲ ਨੇ ਅਤੇ ਅਸੀਂ ਉਹਨਾਂ ਦੇ ਨਾਮ ਰੱਖੇ ਹੋਏ ਆ। ਬੇਸਿਕਲੀ ਅੰਮ੍ਰਿਤ ਦਾ ਮਤਲਬ ਹੈ ਜੋ ਅਮਰ ਹੈ, ਔਰ ਅਮਰ ਕੌਣ ਆ? ਉਹ ਇੱਕ ਹੈ ਨਾ। ਉਹ ਕਹਿੰਦੇ ਨੇ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾਕਾ ਨਾਉ, ਜਿਹਦਾ ਨਾਮ ਅਮਰ ਹੈ, ਜੋ ਕਦੀ ਨਹੀਂ ਮਿਟਣ ਵਾਲਾ, ਉਹ ਵਾਹ ਵਾਹ ਹੈ। ਇੱਥੇ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਵਾਹ ਜਿਹੜਾ ਵਰਡ ਹੈ ਉਹ ਉਹਨਾਂ ਨੇ ਉਸ ਅਕਾਲ ਪੁਰਖ ਲਈ ਵਰਤਿਆ। ਅੱਗੇ ਆ ਜਾਓ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਵਾਹ ਵਾਹ ਤਿਸ ਨੂੰ ਆਖੀਏ ਜੇ ਸੱਚਾ ਗਹਿਰ ਗੰਭੀਰ, ਵਾਹ ਵਾਹ ਤਿਸ ਨੂੰ ਆਖੀਏ ਜੇ ਗੁਣਦਾਤਾ ਮਤ ਧੀਰ, ਵਾਹ ਵਾਹ ਤਿਸ ਨੂੰ ਆਖੀਏ ਜੇ ਸਭ ਮੈਂ ਰਿਹਾ ਸਮਾਏ, ਵਾਹ ਵਾਹ ਤਿਸ ਨੂੰ ਆਖੀਏ ਜੇ ਦੇਦਾ ਰਿਜਕ ਸੰਭਾਹੇ, ਨਾਨਕ ਵਾਹ ਵਾਹ ਏਕੋ ਕਰ ਸਲਾਹੀਏ ਜੇ ਸਤਿਗੁਰ ਦੀਆ ਦਿਖਾਏ। ਹੁਣ ਇਹ ਗੱਲ ਧਿਆਨ ਨਾਲ ਸਮਝਿਓ ਜੇ। ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਵਾਹ ਵਾਹ ਕੌਣ ਹੈ? ਉਹ ਕਹਿੰਦੇ ਉਹਨੂੰ ਕਹੀਏ ਜੋ ਸੱਚਾ ਹੈ, ਜੋ ਗਹਿਰ ਹੈ, ਜੋ ਗੰਭੀਰ ਹੈ। ਤਿੰਨ ਚੀਜ਼ਾਂ, ਸੱਚਾ ਹੈ, ਗਹਿਰ ਹੈ, ਗੰਭੀਰ ਹੈ। ਔਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਵਾਹ ਵਾਹ ਉਹਨੂੰ ਆਖਿਆ ਜਾ ਸਕਦਾ ਜੇ ਗੁਣਦਾਤਾ ਮਤ ਧੀਰ, ਵਰਚਿਊ, ਇੰਟੈਲੀਜੈਂਸ ਅਤੇ ਪੇਸ਼ੈਂਸ ਦੀ ਜਿਹੜੀ ਤੁਹਾਨੂੰ ਇਹ ਗੁਣ ਦਾਤਾ, ਇਹਨਾਂ ਗੁਣਾਂ ਦਾ ਦਾਤਾ ਹੈ ਜੋ, ਉਹਨੂੰ ਵਾਹ ਵਾਹ ਕਿਹਾ ਜਾ ਸਕਦਾ। ਵਾਹ ਵਾਹ ਤਿਸ ਨੂੰ ਆਖੀਏ ਜੇ ਸਭ ਮੇ ਰਿਹਾ ਸਮਾਏ। ਹੁਣ ਜਿਹੜਾ ਸਭ 'ਚ ਸਮਾਇਆ ਹੋਇਆ ਉਹ ਤਾਂ ਉਹ ਅਕਾਲ ਪੁਰਖ ਹੀ ਹੈ ਨਾ, ਉਹ ਇੱਕ ਜਿਹੜਾ ਕਾਦਰ ਹੈ ਉਹੀ ਸਭ ਵਿੱਚ ਸਮਾਇਆ ਹੋਇਆ ਨਾ। ਤਾਂ ਨਾਲ ਹੀ ਜਿਹੜਾ ਇਹਨਾਂ ਗੁਣਾਂ ਦਾ ਦਾਤਾ ਹੈ ਉਹ ਕੌਣ ਹੈ? ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਵਾਹ ਵਾਹ ਤਿਸ ਨੂੰ ਆਖੀਏ ਜੇ ਸਭ ਮੇ ਰਿਹਾ ਸਮਾਏ, ਵਾਹ ਵਾਹ ਤਿਸ ਨੂੰ ਆਖੀਏ ਜੇ ਦੇਂਦਾ ਰਿਜਕ ਸਬਾਹੇ, ਜੋ ਹਰ ਤਰ੍ਹਾਂ ਦੀ ਸਸਟੇਨੈਂਸ ਦਿੰਦਾ ਆ, ਉਹਨੂੰ ਵਾਹ ਵਾਹ। ਨਾਨਕ ਵਾਹ ਵਾਹ ਏਕੋ ਕਰ ਸਲਾਹੀਏ ਜੇ ਸਤਿਗੁਰ ਦਿਆ ਦਿਖਾਏ। ਉਹ ਕਹਿੰਦੇ ਕਿ ਨਾਨਕ ਵਾਹ ਵਾਹ ਏਕੋ ਕਰ ਸਲਾਹੀਏ, ਉਸ ਇੱਕ ਦੀ ਜਿਹੜੀ ਸਲਾਹ ਹੈ, ਉਸ ਇੱਕ ਦੀ ਸਿਫਤ ਸਲਾਹ ਹੈ ਜਿਹਨੂੰ ਸਤਿਗੁਰੂ ਤੁਹਾਨੂੰ ਦਿਖਾਉਂਦਾ। ਹੁਣ ਇਹ ਸਤਿਗੁਰੂ ਦਾ ਮਹਾਤਮ ਹੈ। ਤੁਹਾਡੇ ਵਿੱਚ ਜਿਹੜੀ ਪੇਸ਼ੈਂਸ, ਤੁਹਾਡੇ ਵਿੱਚ ਇੰਟੈਲੀਜੈਂਸ, ਇੰਟਲੈਕਟ ਜਦੋਂ ਆਊਗੀ ਤਾਂ ਉਦੋਂ ਤੁਸੀਂ ਉਸ ਇੱਕ ਨੂੰ ਸਮਝ ਪਾਓਗੇ। ਉਸ ਤੋਂ ਬਿਨਾਂ ਤੁਸੀਂ ਸਮਝ ਨਹੀਂ ਸਕਦੇ। ਔਰ ਉਹ ਇੱਕ ਤੁਹਾਨੂੰ ਕੌਣ ਦਿਖਾ ਰਿਹਾ ਹੈ? ਸਤਿਗੁਰੂ, ਗੁਰੂ ਤੁਹਾਨੂੰ ਦਿਖਾ ਰਿਹਾ। ਇੱਥੇ ਇਹ ਗੱਲ ਇੰਪੋਰਟੈਂਟ ਆ। ਹੁਣ ਆਪਾਂ ਅੱਗੇ ਚੱਲੀਏ ਤਾਂ ਗੱਲ ਇੱਥੋਂ ਤੱਕ ਮੈਂ ਇੰਨੀ ਕੁ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਅੱਖਰਾਂ ਨੂੰ ਕਦੀ ਕਦੀ ਮਾफ़ ਕਰ ਦਿਆ ਕਰੋ, ਕਿਉਂਕਿ ਫਲੋ ਦੇ ਵਿੱਚ ਬੰਦਾ ਬੜਾ ਕੁਛ ਬੋਲ ਜਾਂਦਾ। ਮੈਂ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਉਹ ਪਹਿਲੀ ਗੱਲ ਇਹ ਹੈ ਕਿ ਵਾਹੇ ਦਾ ਮਤਲਬ, ਵਾਹ ਦਾ ਮਤਲਬ ਜਿਹੜਾ ਹੈ ਉਹ ਬਕਾਇਦਾ ਅਕਾਲ ਪੁਰਖ ਦੇ ਨਾਲ ਮਿਲਦਾ। ਵਾਹ ਜਿਹੜਾ ਹੈ ਉਹ ਅਕਾਲ ਪੁਰਖ ਦੇ ਵਾਸਤੇ ਇਸਤੇਮਾਲ ਕੀਤਾ ਗਿਆ। ਉਸ ਤੋਂ ਅਗਲੀ ਗੱਲ ਮੈਂ ਤੁਹਾਨੂੰ ਇਹ ਦੱਸ ਦਿੱਤੀ ਕਿ ਗੁਰੂ ਦਾ ਮਹਾਤਮ ਕੀ ਹੈ। ਉਸ ਵਾਹ ਨੂੰ ਪਾਉਣ ਲਈ ਗੁਰੂ ਕਿੱਥੋਂ ਤੱਕ ਸਹਾਈ ਹੁੰਦਾ। ਉਹ ਜੋ ਵਾਹ ਹੈ, ਜੋ ਅੰਮ੍ਰਿਤ ਹੈ, ਜੋ ਅਮਰ ਹੈ, ਉਸ ਨੂੰ ਪਾਉਣ ਲਈ ਸਤਿਗੁਰੂ ਦਾ ਕੀ ਰੋਲ ਹੈ, ਉਹ ਆਪਾਂ ਗੱਲ ਕਰ ਲਈ। ਉਸ ਤੋਂ ਅੱਗੇ ਹੁਣ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਵਿਵਾਦ ਹੈ ਕਿ ਵਾਹਿਗੁਰੂ ਨੂੰ ਸਿਮਰਨ ਲਈ ਨਹੀਂ ਕਿਹਾ ਗਿਆ, ਆਪਾਂ ਇਹ ਦੇਖਦੇ ਹਾਂ। ਗੁਰੂ ਰਾਮਦਾਸ ਪਾਤਸ਼ਾਹ ਸੌਂਦੇ ਵਾਹ ਵਾਹ ਉਚਰੇ, ਉੱਠਦੇ ਵੀ ਵਾਹ ਕਰਨ, ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸਮੇਲਨ। ਅੱਗੇ ਥੋੜ੍ਹੀਆਂ ਜਿਹੀਆਂ ਪੰਕਤੀਆਂ ਹੋਰ ਨੇ। ਅਖੀਰ ਦੇ ਉੱਤੇ ਜਾ ਕੇ ਮਹਾਰਾਜ ਕਹਿੰਦੇ ਨੇ ਵਾਹ ਵਾਹ ਗੁਰਸਿੱਖ ਨਿਤ ਸਭ ਕਰੇ, ਗੁਰਪੂਰੇ ਵਾਹ ਵਾਹ ਪਾਵੇ। ਹੁਣ ਇਹਨੂੰ ਸਮਝ ਲਈਏ। ਸਾਫ਼ ਇੰਸਟਰਕਸ਼ਨ ਹੈ ਕਿ ਸੌਂਦੇ ਵਾਹ ਵਾਹ ਉਚਰੇ, ਉਚਰੇ ਤੁਹਾਨੂੰ ਬੋਲਣਾ ਹੈ। ਸੌਂਦੇ ਵਾਹ ਵਾਹ ਉਚਰੇ, ਉੱਠਦੇ ਵੀ ਵਾਹ ਕਰਨ। ਹੁਣ ਇੱਥੇ ਜਿਹੜਾ ਵਾਹ ਹੈ ਇਹਨੂੰ ਤੁਸੀਂ ਐਕਸਕਲਾਮੇਟਰੀ, ਜਿਹੜੀਆਂ ਮੈਂ 3 ਚੀਜ਼ਾਂ ਦੱਸੀਆਂ ਸੀ ਕਿ ਉਹਨਾਂ ਨੇ ਇੱਕ ਭਾਵ ਰੂਪ ਵਿੱਚ ਵੀ ਕਿਹਾ ਆ। ਇੱਥੇ ਹੁਣ ਵਾਹ ਵਾਹ ਜਿਹੜਾ ਹੈ ਜਦੋਂ ਤੁਸੀਂ ਉੱਠਦੇ ਹੋ ਜਾਂ ਸੌਂਦੇ ਹੋ ਤਾਂ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜਿਹੜੇ ਤੁਹਾਡੇ ਅੰਦਰੋਂ ਫੀਲਿੰਗ ਨਿਕਲਣਗੀਆਂ, ਇਹ ਉਹਦੀ ਗੱਲ ਵੀ ਕਰ ਰਿਹਾ। ਔਰ ਕਿਉਂਕਿ ਤੁਹਾਨੂੰ ਉਚਰਨ ਨੂੰ ਕਿਹਾ ਜਾ ਰਿਹਾ, ਕਰਮ ਕਰਨ ਦੀ ਗੱਲ ਵੀ ਕੀਤਾ ਜਾ ਰਿਹਾ। ਔਰ ਉਸ ਵਾਹਿਗੁਰੂ, ਉਸ ਗੁਰੂ ਨੂੰ ਪਾਉਣ ਦੀ ਗੱਲ ਹੋ ਰਹੀ ਹੈ, ਉਸ ਪਰਮਾਤਮਾ ਨੂੰ ਪਾਉਣ ਦੀ ਗੱਲ ਹੋ ਰਹੀ ਹੈ। ਇਸ ਕਰਕੇ ਨਾਵ ਰੂਪ ਵਿੱਚ ਵੀ ਆ ਗਿਆ। ਸੋ ਸੌਂਦੇ ਵਾਹ ਵਾਹ ਉਚਰੇ, ਉੱਠਦੇ ਵੀ ਵਾਹ ਕਰਨ, ਨਾਨਕ ਤੇ ਮੁਖ ਉਜਲੇ ਜੇ ਨਿਤ
ਉੱਠ ਸੰਮੇਲਨ ਨਾਨਕ ਉਹਨਾਂ ਦਾ ਮੁੱਖ ਉਜਲ ਹੁੰਦਾ ਜਿਹੜਾ ਹਮੇਸ਼ਾ ਉਹਨੂੰ ਸਿਮਰਦੇ ਰਹਿੰਦੇ ਨੇ। ਔਰ ਅਖੀਰ 'ਤੇ ਆ ਕੇ ਗੁਰੂ ਪਾਤਸ਼ਾਹ ਸਾਫ਼ ਦੱਸ ਦਿੰਦੇ ਨੇ, ਵਾਹ ਵਾਹ ਗੁਰਮੁਖ ਨਿਤ ਸਭ ਕਰੋ, ਵਾਹ ਵਾਹ ਗੁਰਮੁਖ ਨਿਤ ਸਭ ਕਰੋ, ਗੁਰਪੂਰੇ ਵਾਹ ਵਾਹ ਭਾਵੇ। ਔਰ ਉਹ ਕਹਿੰਦੇ ਨੇ ਕਿ ਤੁਸੀਂ ਸਾਰੇ ਵਾਹ ਵਾਹ ਕਰੋ ਕਿਉਂਕਿ ਗੁਰੂ ਪੂਰੇ ਨੂੰ ਵਾਹ ਵਾਹ ਪਾਉਂਦਾ ਹੈ। ਖੈਰ ਇੱਥੇ ਤੱਕ ਤਾਂ ਇਹ ਗੱਲ ਹੋ ਗਈ ਕਿ ਉਹਨਾਂ ਨੇ ਰੈਸੀਟੇਸ਼ਨ ਬਾਰੇ ਸਾਨੂੰ ਕਿਹਾ ਆ ਕਿ ਇਹਨੂੰ ਰਿਸਾਈਟ ਕਰਨਾ ਤੁਹਾਡੀ ਹਰ ਇੱਕ ਆਪਾਂ ਪਿੱਛੇ ਵੀ ਇਹ ਗੱਲ ਕੀਤੀ ਸੀਗੀ ਕਿ ਸਾਡੇ ਅੰਦਰ ਇੱਕ ਧੁਨ ਚੱਲ ਰਹੀ ਹੈ, ਉਸ ਧੁਨ ਦੇ ਨਾਲ, ਉਸ ਧੁਨ ਦੀ ਨਿਰੰਤਰਤਾ ਦੇ ਨਾਲ ਤੁਹਾਡੇ ਅੰਦਰੋਂ, ਔਰ ਤੁਸੀਂ ਅਗਰ ਦੇਖੋ ਨਾ ਤਾਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਪਰਮਾਤਮਾ ਦੇ ਮਿਰੇਕਲ ਛੁਪੇ ਹੋਏ ਆ। ਤੁਸੀਂ ਸਵੇਰੇ ਸਵੇਰੇ ਉੱਠਦੇ ਹੋ, ਦਿਨ ਚੜ੍ਹਦਾ, ਸੂਰਜ ਨੂੰ ਕੋਈ ਮੂਵ ਨਹੀਂ ਕਰ ਰਿਹਾ, ਆਪਣੇ ਆਪ ਉਹ ਧਰਤੀ ਚਾਹੇ ਉਹ ਰਿਵੋਲਵ ਕਰਦੀ ਆ ਜਿੱਦਾਂ ਵੀ ਆ, ਬਟ ਉਹ ਇੱਕ ਦਿਨ ਚੜ੍ਹਦਾ, ਰਾਤ ਹੁੰਦੀ ਆ, ਪੱਤੇ ਆਉਂਦੇ ਨੇ, ਪੱਤੇ ਝੜ ਜਾਂਦੇ ਨੇ, ਇੱਕ ਮਿਰੇਕਲ ਆ ਤੁਹਾਡੇ ਅੰਦਰੋਂ। ਅਕਸਮਤ ਹੀ ਹੈ ਨਾ, ਇੰਝ ਹੀ ਵਾਹ ਨਿਕਲਣਾ ਚਾਹੀਦਾ ਆ, ਪਰ ਤਾਂ ਨਿਕਲੂਗਾ ਜੇ ਤੁਸੀਂ ਇਸ ਸਾਰੀ ਚੀਜ਼ ਨੂੰ ਤੁਸੀਂ ਇਹਦਾ ਕੋਈ ਮੁੱਲ ਪਾਉਂਦੇ ਹੋ। ਅਤੇ ਜੇ ਮੁੱਲ ਪਾਉਂਦੇ ਹੀ ਨਹੀਂ, ਜਿਵੇਂ ਹੁਣ ਆਪਾਂ ਅੱਜ ਕੱਲ੍ਹ ਹੋ ਗਏ ਆ ਮਟੀਰੀਅਲਿਸਟਿਕ ਲੋਕ, ਸਾਡੇ 'ਚੋਂ ਕਈਆਂ ਨੇ ਤਾਂ ਅਸਮਾਨ ਦੇਖੇ ਨੂੰ ਕਈ ਸਾਲ ਹੋ ਜਾਂਦੇ ਆ, ਤਾਂ ਫਿਰ ਅਸੀਂ ਇਹਦਾ ਕੁਛ ਨਹੀਂ ਕਰ ਸਕਦੇ। ਅੱਗੇ ਚੱਲੀਏ ਆਪਾਂ, ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਵਾਹ ਵਾਹ ਸੇ ਜਨ ਸਦਾ ਕਰੇ ਜਿਨ ਕੋ ਆਪ ਦੇ ਬੁਝਾਏ। ਹੁਣ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਉਹਨਾਂ ਨੇ ਪਹਿਲਾਂ ਕਿਹਾ ਕਿ ਤੁਸੀਂ ਸਵੇਰੇ ਉੱਠਦੇ ਵੀ ਵਾਹ ਵਾਹ ਕਰਨਾ, ਰਾਤ ਨੂੰ ਸੌਣ ਲੱਗਿਆਂ ਵੀ ਵਾਹ ਕਰਨਾ, ਉਹ ਕੌਣ ਕਰ ਸਕਦਾ? ਗੁਰੂ ਅਮਰਦਾਸ ਪਾਤਸ਼ਾਹ ਦੱਸਦੇ ਨੇ, ਵਾਹ ਵਾਹ ਸੇ ਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ। ਜਿਨ੍ਹਾਂ ਨੂੰ ਆਪ ਉਹ ਬੁਝਾਉਂਦਾ ਹੈ, ਆਪ ਦੱਸਦਾ ਹੈ ਕਿ ਮੈਂ ਕੀ ਹਾਂ, ਸਿਰਫ ਉਹ ਉਹਦੀ ਵਾਹ ਵਾਹ ਕਰ ਸਕਦੇ, ਸਿਰਫ ਉਹ ਜਿਹੜੀ ਉਹਨਾਂ ਦੀ ਰਸਨਾ ਉਹ ਇਸ ਤਰ੍ਹਾਂ ਦੀ ਪ੍ਰੇਜ਼ ਕਰ ਸਕਦੀ ਆ। ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ। ਹੁਣ ਇਹ ਗੱਲ ਇੰਪੋਰਟੈਂਟ ਆ, ਜਦੋਂ ਤੁਸੀਂ ਵਾਹ ਵਾਹ ਕਰੋਗੇ, ਜਦੋਂ ਤੁਸੀਂ ਉਸ ਦੀ ਵਿਸ਼ਾਲਤਾ ਦੀ ਗੱਲ ਕਰੋਗੇ, ਜਦੋਂ ਤੁਸੀਂ ਉਸ ਦੀ ਨਿਰੰਤਰਤਾ ਦੀ ਗੱਲ ਕਰੋਗੇ, ਅਮਰਤਾ ਦੀ ਗੱਲ ਕਰੋਗੇ, ਤਾਂ ਤੁਹਾਡੇ ਅੰਦਰੋਂ ਤੁਹਾਡਾ ਆਪਣੀ ਜਿਹੜੀ ਹਉਮੈ ਆ ਉਹ ਛੋਟੀ ਹੁੰਦੀ ਜਾਊਗੀ, ਔਰ ਇੰਨੀ ਹੁੰਦੀ ਜਾਊਗੀ ਕਿ ਐਂਡ ਦੇ ਉੱਤੇ ਜਾ ਕੇ ਖਤਮ ਹੋ ਜਾਊਗੀ। ਅੱਗੇ, ਵਾਹ ਵਾਹ ਗੁਰਸਿੱਖ ਜੋ ਨਿਤ ਕਰੇ, ਇਹਨੂੰ ਧਿਆਨ ਨਾਲ ਸੁਣਿਆ ਜੇ, ਵਾਹ ਵਾਹ ਗੁਰਸਿੱਖ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲ ਪਾਏ, ਵਾਹ ਵਾਹ ਕਰੇ ਸੇ ਜਨ ਸੋਹਣੇ, ਹਰ ਤਿਨਕੇ ਸੰਗ ਮਿਲਾਏ। ਵਾਹ ਵਾਹ ਹਿਰਦੇ ਉਚਰਾ ਮੁਖੋ ਵੀ ਵਾਹ ਵਾਹ ਕਰੇ, ਵਾਹ ਵਾਹ ਹਿਰਦੇ ਉਚਰਾ ਮੁਖੋ ਵੀ ਵਾਹ ਵਾਹ ਕਰੇ, ਨਾਨਕ ਵਾਹ ਵਾਹ ਜੋ ਕਰੇ, ਹਉ ਤਨ ਮਨ ਤਿਨ ਕੋ ਦੇ। ਹੁਣ ਇਹ ਗੱਲ ਇੱਥੇ ਦੇਖਣ ਵਾਲੀ ਆ, ਵਾਹ ਵਾਹ ਕਰੇ ਸੇ ਜਨ ਸੋਹਣੇ, ਹਰ ਤਿਨਕੇ ਸੰਗ ਮਿਲਾਏ। ਔਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਉਹਨਾਂ ਦਾ ਹਿਰਦੇ ਵੀ ਉਚਰਦਾ, ਮੁੱਖੋਂ ਵੀ ਉਹ ਬੋਲਦੇ ਨੇ ਵਾਹ ਵਾਹ, ਉਹ ਆਪਣੇ ਆਪ 'ਚ ਨਿਰੰਤਰਤਾ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਂਦੇ ਨੇ। ਇਹ ਗੱਲ ਆਪਾਂ ਹੋਰ ਵਿਸਥਾਰ ਦੇ ਵਿੱਚ ਵੀ ਕਰਾਂਗੇ ਆਉਣ ਵਾਲੀਆਂ ਕਿਸ਼ਤਾਂ ਦੇ ਵਿੱਚ। ਨਾਨਕ ਵਾਹ ਵਾਹ ਜੋ ਕਰੇ, ਹਉ ਤਨ ਮਨ ਤਿਨ ਕੋ ਦੇ। ਨਾਨਕ ਕਹਿੰਦੇ ਨੇ ਕਿ ਜਿਹੜਾ ਵਾਹ ਵਾਹ ਕਰਦਾ ਮੈਂ ਉਹਨੂੰ ਤਨ ਮਨ ਸਭ ਦਿੰਦਾ, ਹੈ ਨਾ। ਹੁਣ ਇੱਥੋਂ ਇੰਨੀ ਕੁ ਗੱਲ ਕਲੀਅਰ ਹੋ ਜਾਂਦੀ ਹੈ ਕਿ ਵਾਹ ਜਿਹੜਾ ਹੈ, ਜਿਹਨੂੰ ਆਪਾਂ ਸ਼ੁਰੂ ਕੀਤਾ ਸੀ ਕਿ ਉਹ ਨਾਵ ਰੂਪ ਦੇ ਵਿੱਚ ਵੀ ਹੈ, ਉਹਨੂੰ ਗੁਰੂ ਮਹਾਰਾਜ ਜਿਹੜੇ ਆ ਉਹ ਇੰਟਰਜੈਕਸ਼ਨ ਜਾਂ ਵਿਸਮਕ ਰੂਪ ਦੇ ਵਿੱਚ ਵੀ ਯੂਜ਼ ਕਰਦੇ ਨੇ, ਕਰਮ ਰੂਪ ਦੇ ਵਿੱਚ ਯੂਜ਼ ਕਰਦੇ ਨੇ, ਔਰ ਉਸ ਤੋਂ ਬਾਅਦ ਸਾਨੂੰ ਬਕਾਇਦਾ ਵਾਹ ਉਚਰਨ ਦਾ ਜਿਹੜਾ ਹੁਕਮ ਦਿੱਤਾ ਗਿਆ। ਔਰ ਇਸ ਤੋਂ ਬਾਅਦ ਅੱਗੇ ਹੋਰ ਗੱਲ ਕਲੀਅਰ ਹੋ ਜਾਂਦੀ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਬੋਲਦੇ ਨੇ, ਵੇ ਮੁਹਤਾਜੇ ਵੇ ਪ੍ਰਵਾਹ, ਨਾਨਕ ਦਾਸ ਕਹੋ ਗੁਰਵਾਹ। ਇੰਨੀ ਗੱਲ ਸਮਝ ਲਓ, ਵੇ ਮੁਹਤਾਜੇ ਵੇ ਪ੍ਰਵਾਹ, ਨਾਨਕ ਦਾਸ ਕਹੋ ਗੁਰਵਾਹ। ਔਰ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਦਾਸ ਕਹੋ ਗੁਰਵਾਹ, ਤਾਂ ਅੱਗੋਂ ਫਿਰ ਭੱਟ ਸਾਹਿਬ ਕਹਿ ਦਿੰਦੇ ਨੇ, ਵਾਹਿਗੁਰੂ 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 ਵਾਹ ਜੀਓ। ਸੋ ਇਹ ਜਿਹੜੀ ਹੈ ਇਹ ਨਿਰੰਤਰਤਾ ਹੈ। ਤੁਹਾਨੂੰ ਇਸ ਚੀਜ਼ ਨੂੰ ਇੰਝ ਹੀ ਸਮਝਣਾ ਪਊਗਾ। ਇਹਦੇ ਵਿੱਚੋਂ ਇੱਕ ਵੀ ਕੜੀ ਇੱਧਰ ਉੱਧਰ ਕਰੋਗੇ ਤਾਂ ਸਾਨੂੰ ਲੱਗੂਗਾ ਕਿ ਨਹੀਂ ਇਹ ਸਿਰਫ ਭੱਟਾਂ ਨੇ ਯੂਜ਼ ਕੀਤਾ ਆ, ਇਹ ਗੁਰੂ ਸਾਹਿਬਾਨਾਂ ਨੇ ਨਹੀਂ ਕਿਹਾ। ਜਦ ਕਿ ਪੂਰੀ ਜਗ੍ਹਾ ਦੇ ਉੱਤੇ ਗੁਰਬਾਣੀ ਦੇ ਵਿੱਚ ਬਾਰ-ਬਾਰ ਗੁਰੂ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਆ ਰਹੇ ਨੇ ਕਿ ਵਾਹ ਦੀ ਇੰਪੋਰਟੈਂਸ ਕੀ ਹੈ। ਵਾਹ ਇੱਕ ਤਰ੍ਹਾਂ ਨਾਲ ਨਾਮ ਵੀ ਹੈ ਉਸ ਦਾ, ਜਿਸ ਦਾ ਕੋਈ ਨਾਮ ਨਹੀਂ ਰੱਖਿਆ ਜਾ ਸਕਦਾ। ਜਦੋਂ ਉਹਦੀ ਜਿਹੜੀ ਜਿਹਨੂੰ ਬਲਿਹਾਰੀ ਕੁਦਰਤ ਵਸਿਆ ਬੋਲਦੇ ਨੇ, ਉਹਦਾ ਇੱਕ ਨਾਮ ਦਿੰਦੇ ਨੇ ਅਤੇ ਉਹਨਾਂ ਦੇ ਮੂੰਹ 'ਚੋਂ ਨਿਕਲਦਾ ਵਾਹ, ਹੈ ਨਾ। ਹੁਣ ਉਹ ਵਾਹ ਜਿਹੜਾ ਉਹ ਪ੍ਰੇਜ਼ ਵਰਦੀ ਵੀ ਆ, ਉਹ ਤੁਹਾਡਾ, ਫਿਰ ਮੈਂ ਦੁਬਾਰਾ ਉਹੀ ਗੱਲ ਰਿਪੀਟ ਕਰ ਰਹੀ ਹਾਂ, ਉਹ ਤੁਹਾਡਾ ਕਰਮ ਬਣ ਜਾਂਦਾ ਜਦੋਂ ਤੁਸੀਂ ਉਹ ਬੋਲਦੇ ਹੋ ਕਰਮ। ਪਰ ਉਹ ਵਾਹ ਹੀ ਉਹਦਾ ਨਾਮ ਰੱਖਦੇ ਨੇ। ਔਰ ਫਿਰ ਉਹ ਤੁਹਾਨੂੰ ਇਹ ਕਹਿੰਦੇ ਵੀ ਆ ਕਿ ਤੁਹਾਨੂੰ ਵਾਹ ਵਾਹ ਉਚਰਨਾ ਵੀ ਹੈ। ਇਹ ਤੁਹਾਨੂੰ ਬਕਾਇਦਾ ਉਹਨਾਂ ਨੇ ਦੱਸਿਆ, ਉਹਨਾਂ ਨੇ ਤੁਹਾਨੂੰ ਕਿਹਾ ਹੈ ਕਿ ਉਹ ਜਿਹੜੇ ਲੋਕ ਵਾਹ ਵਾਹ ਉਚਰਦੇ ਨੇ ਮੇਰੇ ਲਈ ਉਹ ਕਿੰਨੇ ਇੰਪੋਰਟੈਂਟ ਨੇ। ਤਾਂ ਉਸ ਤੋਂ ਬਾਅਦ ਜਦੋਂ
ਪਾਤਸ਼ਾਹ ਕਹਿ ਦਿੰਦੇ ਨੇ, ਵੇ ਮੁਹਤਾਜੇ ਵੇ ਪ੍ਰਵਾਹ ਨਾਨਕ ਦਾਸ ਕਹੋ ਗੁਰਵਾਹ। ਹੁਣ ਗੁਰੂ ਇੱਥੇ ਇੰਪੋਰਟੈਂਟ ਇਸ ਲਈ ਹੈ ਕਿਉਂਕਿ ਪਹਿਲਾਂ ਹੀ ਮੈਂ ਤੁਹਾਨੂੰ ਜਦੋਂ ਆਪਾਂ ਸ਼ੁਰੂ ਕੀਤਾ ਸੀ ਤਾਂ ਉਦੋਂ ਮੈਂ ਇਹ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਤਿਸਕੋ ਵਾਹ ਵਾਹ ਜੋ ਵਾਟ ਦਿਖਾਵੇ, ਤੇ ਵਾਟ ਤੁਹਾਨੂੰ ਗੁਰੂ ਨੇ ਦਿਖਾਉਣੀ ਹੈ। ਤਿਸਕੋ ਵਾਹ ਵਾਹ ਜੋ ਸ਼ਬਦ ਸੁਣਾਵੇ, ਤੇ ਸ਼ਬਦ ਤੁਹਾਨੂੰ ਗੁਰੂ ਨੇ ਸੁਣਾਉਣਾ ਹੈ। ਤਾਂ ਉਸੇ ਦਾ ਅਕਾਲ ਦਾ ਹੀ ਸ਼ਬਦ ਆ, ਪਰ ਉਹ ਸੁਣਾਉਣਾ, ਤੁਹਾਨੂੰ ਦੱਸਣਾ, ਤੁਹਾਨੂੰ ਸਮਝਾਉਣਾ, ਤੁਹਾਡੀ ਕੌਨਸ਼ੀਅਸਨੈਸ ਨੂੰ ਉਸ ਲੈਵਲ 'ਤੇ ਲੈ ਕੇ ਜਾਣਾ ਗੁਰੂ ਦਾ ਕੰਮ ਹੈ। ਤਿਸਕੋ ਵਾਹ ਵਾਹ ਜੇ ਮੇਲ ਮਿਲਾਵੇ, ਹੁਣ ਮੇਲ ਮਿਲਾਉਣਾ ਉਹਦੇ ਨਾਲ ਹੈ ਔਰ ਇਹ ਕਰਨਾ ਕਿੰਨੇ ਹੈ? ਗੁਰੂ ਨੇ। ਵਾਹ ਵਾਹ ਤਿਸਕੋ ਜਿਸਕਾ ਇਹ ਜੀਓ, ਔਰ ਜਦੋਂ ਤੁਸੀਂ ਉਸ ਮੇਲ ਤੱਕ ਪਹੁੰਚ ਗਏ, ਜਦੋਂ ਤੁਹਾਡੀ ਕੌਨਸ਼ੀਅਸਨੈਸ ਗੁਰੂ ਦੇ ਆਸਰੇ ਨਾਲ ਉਸ ਲੈਵਲ ਤੱਕ ਚਲੇਗੀ, ਫਿਰ ਤਾਂ ਉਹੀ ਰਹਿ ਜਾਂਦਾ, ਹੋਰ ਤਾਂ ਕੁਛ ਰਹਿੰਦਾ ਹੀ ਨਹੀਂ। ਔਰ ਇਹ ਗੱਲ ਸਮਝਣ ਤੋਂ ਬਾਅਦ ਤੁਹਾਨੂੰ ਸਮਝ ਲੱਗੂਗੀ ਕਿ ਕਿਉਂ ਕਿਹਾ ਨਾਨਕ ਦਾਸ ਕਹੋ ਗੁਰਵਾਹ, ਕਿਉਂ ਇਹ ਗੱਲ ਆਈ। ਔਰ ਗੁਰੂ ਵਾਹ ਕਹਿਣ ਤੋਂ ਬਾਅਦ ਜਦੋਂ ਭੱਟ ਸਾਹਿਬ ਕਹਿੰਦੇ ਨੇ ਵਾਹਿਗੁਰੂ 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 ਵਾਹਿ ਜੀਓ, ਫਿਰ ਤੁਹਾਨੂੰ ਸਮਝ ਲੱਗ ਜੂਗੀ ਕਿ ਇਹ ਗੱਲ ਭੱਟਾਂ ਦੇ ਸਵਈਆਂ 'ਚ ਕਿਉਂ ਆਈ, ਕਿਵੇਂ ਆਈ। ਬੇਸਿਕਲੀ ਉਹਨਾਂ ਨੇ ਇਹ ਸਾਰਾ ਕੁਝ ਸਮਝ ਕੇ ਔਰ ਗੁਰੂ ਦੀ ਹੀ ਹੁਕਮ ਦੇ ਨਾਲ, ਹੁਕਮ ਦੀ ਪਾਲਣਾ ਕਰਕੇ ਹੀ ਵਾਹਿਗੁਰੂ ਉਚਾਰਿਆ। ਫਿਰ ਇੰਨੀ ਗੱਲ ਕਹਿ ਕੇ ਮੈਂ ਆਪਣੀ ਬਾਣੀ ਨੂੰ ਵਿਸ਼ਰਾਮ ਦਊਂਗੀ। ਇੱਕ ਆਖਰੀ ਲਾਈਨ ਜਿਹੜੀ ਹੈਗੀ ਉਹ ਮੈਨੂੰ ਬੋਲਣੀ ਜ਼ਰੂਰੀ ਆ। ਭੱਟ ਸਾਹਿਬਾਨ ਇੱਕ ਜਗ੍ਹਾ 'ਤੇ ਲਿਖਦੇ ਨੇ, ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਾਨ ਰਸ ਰਸੋ ਹਿਆਓ। ਗੁਰੂ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ, ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਹੁਣ ਇਹ ਗੱਲ ਜਿਹੜੀ ਆ ਨਾ ਉਹ ਸਮਝਣ ਵਾਲੀ ਆ। ਇਹ ਮੈਂ ਗੱਲ ਕਿਉਂਕਿ ਇਹਦੇ ਵਿੱਚ ਵੀ ਗੁਰੂ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ, ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਵਾਹ ਵਾਹ ਕਰਕੇ ਧਿਆਇਆ ਹੈ ਉਹਨੂੰ। ਔਰ ਬਕਾਇਦਾ ਜਿੰਨੀ ਵੀ ਬਾਣੀ ਜਿੱਥੇ ਵੀ ਵਾਹ ਵਾਹ ਦਾ ਜ਼ਿਕਰ ਆਉਂਦਾ, ਮੈਜੋਰਿਟੀ ਥਾਵਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚ ਵੀ ਆਉਂਦਾ, ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਵਿੱਚ ਵੀ ਆਉਂਦਾ, ਪਰ ਮੈਜੋਰਿਟੀ ਥਾਵਾਂ ਦੇ ਉੱਤੇ ਗੁਰੂ ਅਮਰਦਾਸ ਦੀ ਬਾਣੀ ਦੇ ਵਿੱਚ ਇਹ ਗੱਲ ਆਉਂਦੀ ਆ। ਤਾਂ ਇਹ ਜਿਹੜੀ ਹੈ ਨਾ ਬੇਸਿਕਲੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਾਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਾਡੇ ਲਈ ਜਿਹੜੀ ਗੁਰਬਾਣੀ ਉਹਨਾਂ ਨੇ ਉਚਾਰੀ ਸਾਡੇ ਤੁਹਾਡੇ ਲਈ ਉਚਾਰੀ ਹੈ। ਉਹ ਤਾਂ ਆਪ ਬਾਣੀ ਰੂਪ ਹੈ, ਉਹਨਾਂ ਨੂੰ ਬਾਣੀ ਉਚਾਰਨ ਦੀ ਲੋੜ ਨਹੀਂ ਸੀ ਆਪਣੇ ਲਈ, ਉਹਨਾਂ ਨੇ ਸਾਡੇ ਲਈ ਉਚਾਰੀ ਹੈ ਨਾ। ਤਾਂ ਇਹ ਜਿਹੜੀ ਗੱਲ ਹੈ ਨਾ, ਜਦੋਂ ਇਹ ਚਾਰੇ ਗੁਰੂ ਪਾਤਸ਼ਾਹ ਦੀ ਗੱਲ ਹੁੰਦੀ ਆ, ਜਿਹੜੇ ਭਗਤ ਸਾਹਿਬਾਨ ਕਰਦੇ ਨੇ, ਭੱਟ ਸਾਹਿਬਾਨ ਕਰਦੇ ਨੇ ਕਿ ਸਤਿਗੁਰੂ ਨਾਨਕ ਨੇ ਕੀ ਕੀਤਾ, ਫਿਰ ਉਸ ਤੋਂ ਬਾਅਦ ਹੁਣ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਤਿਗੁਰੂ ਨਾਨਕ ਨੇ ਭਗਤੀ ਕਰਕੇ ਤੇ ਮਨ ਧਨ ਜਿਹੜਾ ਉਹ ਗੋਬਿੰਦ ਨੂੰ ਦੇ ਦਿੱਤਾ। ਗੋਬਿੰਦ ਮਤਲਬ ਉਸ ਅਕਾਲ ਪੁਰਖ ਨੂੰ ਦੇ ਦਿੱਤਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਨਾਨਕ ਤੋਂ ਬਾਅਦ ਫਿਰ ਗੁਰੂ ਰਾਮਦਾਸ ਜਿਹੜੇ ਜਦੋਂ ਤੱਕ ਗੁਰੂ ਰਾਮਦਾਸ ਆਉਂਦੇ ਨੇ ਫਿਰ ਉਹ ਪਰਮ ਪਦ ਪਾ ਲੈਂਦੇ ਨੇ। ਨਹੀਂ, ਉਹ ਤੁਹਾਡੇ ਵਾਸਤੇ ਹੈ। ਉਹ ਤੁਹਾਡੇ ਵਾਸਤੇ ਇੱਕ ਜਿਹਨੂੰ ਆਪਾਂ ਕਹਿੰਦੇ ਨਾ ਪੱਗ ਚਿੰਨ੍ਹਾਂ, ਉਹ ਤੁਹਾਡੇ ਪੈਰਾਂ ਦੇ ਉਹਨਾਂ ਨੇ ਨਿਸ਼ਾਨ ਛੱਡ ਦਿੱਤੇ ਕਿ ਤੁਸੀਂ ਇੰਝ ਕਰਕੇ ਕੰਮ ਕਰਨਾ ਹੈ ਨਾ। ਪਹਿਲਾਂ ਤੁਸੀਂ ਆਪਣੇ ਆਪ ਨੂੰ ਬਿਲਕੁਲ ਭਗਤੀ ਕਰਕੇ ਮਨ ਤਨ ਉਸ ਗੋਬਿੰਦ ਨੂੰ ਦਿਓਗੇ, ਫਿਰ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਕਰਕੇ ਜਦੋਂ ਤੁਸੀਂ ਵਾਹ ਵਾਹ ਕਰਕੇ ਉਚਰਦੇ ਰਹੋਗੇ, ਫਿਰ ਉਸ ਪਦ ਨੂੰ ਪਾਓਗੇ ਜਿੱਥੇ ਜਾ ਕੇ ਤੁਸੀਂ ਗੁਰਬਾਣੀ ਦੀ ਨਿਰੰਤਰਤਾ ਨੂੰ ਸਮਝਣ ਦੇ ਯੋਗ ਹੋਵੋਗੇ। ਇੰਨੀ ਗੱਲ ਕਹਿੰਦੇ ਹੋਏ ਮੈਨੂੰ ਇਜਾਜ਼ਤ ਦਿਓ ਜੀ। ਮੈਂ ਖਿਮਾ ਦੀ ਯਾਚਕ ਹਾਂ, ਅਗਰ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ, ਭੁੱਲਾਂ ਚੁੱਕਾਂ ਮਾਫੀ। ਬਾਕੀ ਜਿਹੜੀ ਇਹ ਮੈਂ ਸਾਰੀਆਂ ਗੱਲਾਂ ਕਰ ਰਹੀ ਹਾਂ, ਇਹ ਜੋ ਵੀ ਮੈਨੂੰ ਸਮਝ ਆਉਂਦਾ ਹੈ ਨਾ, ਮੇਰੀ ਮੱਤ ਓਨੀ ਕੀ ਆ, ਜੋ ਵੀ ਸਮਝ ਆਉਂਦਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਜੇ ਤੁਹਾਡੇ ਕੋਲ ਇਸ ਤੋਂ ਵੱਧ ਵੀ ਤੁਹਾਨੂੰ ਲੱਗਦਾ ਕਿ ਮੈਂ ਕਿਤੇ ਕੋਈ ਗਲਤੀ ਕੀਤੀ ਹੈ ਜਾਂ ਕੁਝ ਹੋਰ ਇੰਪਰੂਵਮੈਂਟ ਦੀ ਜ਼ਰੂਰਤ ਹੈ, ਤਾਂ ਤੁਸੀਂ ਮੈਨੂੰ ਜ਼ਰੂਰ ਲਿਖੋ ਕਿਰਦਾਰੇ ਖਾਲਸਾ @akalchannel.tv ਦੇ ਉੱਤੇ। ਔਰ ਮੈਂ ਕੋਸ਼ਿਸ਼ ਕਰੂੰਗੀ, ਹਮੇਸ਼ਾ ਕਰਦੀ ਹਾਂ ਕਿ ਜਿੰਨੇ ਵੀ ਤੁਹਾਡੀਆਂ ਫੀਡਬੈਕਸ ਹੋਣ ਉਹਨਾਂ ਨੂੰ ਇਨਕੋਰਪੋਰੇਟ ਕਰ ਸਕਾਂ। ਇੰਨੀ ਗੱਲ ਕਰਦੇ ਹੋਏ ਅਗਲੀ ਵਾਰੀ ਆਪਾਂ ਇਸੇ ਡਿਸਕਸ਼ਨ ਨੂੰ ਅੱਗੇ ਤੋਰਾਂਗੇ, ਕਿਉਂਕਿ ਅਜੇ ਸਿਰਫ ਵਾਹਿਦ ਦੀ ਗੱਲ ਹੋਈ ਹੈ, ਗੁਰੂ ਦੀ ਗੱਲ ਹਜੇ ਹੋਣੀ ਬਾਕੀ ਹੈ। ਜਦੋਂ ਗੁਰੂ ਦੀ ਗੱਲ ਹੋਊਗੀ ਫਿਰ ਆਪਾਂ ਸ਼ਬਦ ਗੁਰੂ ਨੂੰ ਸਮਝਣ ਦੇ ਯੋਗ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।